हेलो। हाँ जी मैडम, आवाज आ रही है ਤੁਹਾਨੂੰ? हेलो हेलो मैडम, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਤੁਸੀਂ ਸਪੀਕਰ ਦੇਖੋ, ਤੁਹਾਡੇ ਠੀਕ ਲੱਗੇ ਆ? हेलो 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 मैडम, ਤੁਹਾਡੀ ਆਵਾਜ਼ ਨਹੀਂ ਆ ਰਹੀ। मैडम, ਤੁਹਾਡੀ आवाज नहीं आ रही जी। हेलो 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 ਮਨਜਿੰਦਰ मैडम, ਤੁਹਾਡੀ आवाज नहीं आ रही। मैडम, ਤੁਹਾਡੀ आवाज नहीं आ रही जी। हेलो हेलो सत श्री अकाल। मैं मनजिंदर कौर, स्विंग टैक्नोलॉजी इंस्ट्रक्टर, गवर्नमेंट ITI SC फतेहगढ़ चूड़ियां तो। ਅੱਜ ਮੈਂ ਇਸ ਲੈਕਚਰ ਦੇ ਵਿੱਚ ਜਿੰਨੇ ਵੀ ਨਿਮੀ ਆਨਲਾਈਨ ਪੰਜਾਬੀ ਚੈਨਲ ਤੇ ਸਰੋਤੇ ਮੇਰੇ ਲੈਕਚਰ ਨੂੰ ਸੁਣ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਪੈਸ਼ਲ ਧੰਨਵਾਦ ਹੈ ਡਿਪਾਰਟਮੈਂਟ ਦੇ ਸਮੂਹ ਡਾਇਰੈਕਟਰ ਸਹਿਬਾਨ ਔਰ डायरेक्टर श्री वजिंदर धवन जी जिन्हों ने सानू यह प्लेटफॉर्म दिता स्टूडेंट्स दे नाल ऑनलाइन रूबरू होने दा ते बहुत-बहुत स्वागत है। अज दा जिहड़ा मेरा टॉपिक है ਉਹਨੂੰ ਦੱਸਣ ਤੋਂ ਪਹਿਲਾਂ मैं थोड़ी जी इंट्रोडक्शन ਤੁਹਾਨੂੰ अपनी ITI बारे दस रही हाँ कि मेरी ITI गवर्नमेंट ITI SC फतेहगढ़ चूड़ियां जिहड़ी कि जिला गुरदासपुर तहसील बटाला ते हलका फतेहगढ़ चूड़ियां दे विच स्थित है ਤੇ ਇੱਥੇ ਮੈਂ ਸਵਿੰਗ ਟੈਕਨੋਲੋਜੀ ਇੰਸਟ੍ਰਕਟਰ ਦੇ ਕੰਮ ਕਰ ਰਹੀ ਹਾਂ ਤੇ ਸਾਡੀ ਸੰਸਥਾ ਵਿੱਚ ਜਿਹੜੇ ਚੱਲ ਰਹੀਆਂ ਟ੍ਰੇਡ ਨੇ ਸਵਿੰਗ ਟੈਕਨੋਲੋਜੀ NCVT 1 ਸਾਲਾ ਟ੍ਰੇਡ, ਸਰਵੇਅਰ NCVT 1 ਸਾਲਾ ਟ੍ਰੇਡ, ਕੋਪਾ NCVT 1 ਸਾਲਾ ਟ੍ਰੇਡ ਔਰ ਇਲੈਕਟ੍ਰੀशियन NCVT 2 ਸਾਲਾ ਟ੍ਰੇਡ, ਸਰਵੇਅਰ NCVT 2 ਸਾਲਾ ਟ੍ਰੇਡ ਪਹਿਲੇ 1 ਸਾਲ ਦੀ ਸੀ ਹੁਣ ਇਹ 2 ਸਾਲ ਦੀ ਹੈ और इलैक्ट्रॉनिक मकैनिक SCVT 2 साला ट्रेड। ਇਹਦੇ ਐਡਮਿਸ਼ਨ ਦੇ ਸੰਬੰਧੀ ਜਿਸ ਕਿਸੇ ਨੇ ਵੀ ਐਡਮਿਸ਼ਨ ਲੈਣੀ ਹੋਵੇ ਨੀਚੇ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਔਰ ਈਮੇਲ ID ਦਿੱਤੀ ਹੋਈ ਹੈ ਤੁਸੀਂ ਪ੍ਰਿੰਸੀਪਲ ਸਰ ਦੇ ਨਾਲ ਆਪਣਾ ਕਿਨਾ ਕੰਟੈਕਟ ਕਰ ਸਕਦੇ ਹੋ ਰਿਗਾਰਡਿੰਗ ਐਡਮਿਸ਼ਨ ਦੇ ਲਈ। ਤੇ ਹੁਣ ਅਸੀਂ ਵਧਦੇ ਹਾਂ ਆਪਣੇ ਟੌਪਿਕ ਦੇ ਵੱਲ। ਮੇਰਾ ਟੌਪਿਕ ਹੈ ਅੱਜ ਦਾ ਸਾਈਕੋਲੋਜੀ, ਐਜੂਕੇਸ਼ਨਲ ਸਾਈਕੋਲੋਜੀ। ਐਜੂਕੇਸ਼ਨਲ ਸਾਈਕੋਲੋਜੀ ਕੀ ਹੈ? ਇਹਦੇ ਵਿੱਚ ਅਸੀਂ ਪੜਾਂਗੇ ਪਾर्ट 1 ਦੇ ਵਿੱਚ ਇੰਟਰੋਡਕਸ਼ਨ, ਡੈਫੀਨੇਸ਼ਨ ਆਫ ਸਾਈਕੋਲੋਜੀ, different branches of psychology, aims and objective, meaning, nature and scope of education psychology। और सेकंड पार्ट ਦੇ ਵਿੱਚ ਅਸੀਂ ਪੜਾਂਗੇ यूटिलिटी of educational psychology for the teacher, identification and guidance of gifted, backward, creative and delinquent child। ਹੁਣ ਅਸੀਂ ਵਧਦੇ ਹਾਂ ਆਪਣੇ ਟੌਪਿਕ ਵੱਲ। इंट्रोडक्शन, एजुकेशनल साइकोलॉजी की है? एजुकेशनल साइकोलॉजी इज ए साइंस
एक विज्ञान है ਜਿਹੜੀ ਕਿ ਸਾਡੇ ਮਨ ਦਾ ਜਿਹੜਾ ਵਿਵਹਾਰ ਦਾ ਜਿਹੜਾ ਵਿਗਿਆਨ ਹੈ ਉਹਦੀ ਜਿਹੜੀ ਸਥਿਤੀ ਨੂੰ ਜਾਣਨਾ ਉਹਨੂੰ ਸਮਝਣ ਦੇ ਬਾਰੇ ਦੀ ਵਿੱਚ ਜਿਹੜੀ ਸਟੱਡੀ ਹੈ ਕਹਿੰਦੇ ਐਜੂਕੇਸ਼ਨਲ ਇੱਕ ਵਿਗਿਆਨ ਹੈ ਇਹ ਤੁਹਾਡੇ ਅਤੇ ਦੂਸਰਿਆਂ ਦੇ ਵਿਚਕਾਰ ਸੱਚਾਈ ਨੂੰ ਸਮਝਣ ਅਤੇ ਖੋਜਣ ਦਾ ਸਮਾਜਿਕ ਵਿਗਿਆਨ ਹੈ ਇਹ ਮਨੋਵਿਗਿਆਨ ਗਿਆਨ ਦੀ ਉਹ ਸ਼ਾਖਾ ਹੈ ਜਿਸ ਨਾਲ ਇਨਸਾਨ ਦੇ ਗਿਆਨ ਮਨੋਵਿਗਿਆਨ ਉਸ ਦੇ ਵਿਵਹਾਰ ਦੀ ਵਿਗਿਆਨਕ ਤੌਰ ਤੇ ਸਟੱਡੀ ਕਰਨਾ ਹੈ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸਮਝਦਿਆਂ ਹੋਇਆਂ ਭਵਿੱਖ ਨੂੰ ਦੇਖਦਿਆਂ ਹੋਇਆਂ ਤੇ ਉਸ ਨੂੰ ਮੈਨੇਜ ਪ੍ਰਬੰਧ ਕਰਕੇ ਜ਼ਿੰਦਗੀ ਦਾ ਮਜ਼ਾ ਲੈ ਸਕੋ ਇਹਦੇ ਵਿੱਚ ਮਨੁੱਖ ਦੇ ਦਿਮਾਗ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਕਿਰਿਆਵਾਂ ਹੈ ਜਿਹੜੇ ਚੱਲ ਰਹੇ ਵਿਚਾਰ ਹੈ ਉਹਨਾਂ ਨੂੰ ਸਮਝਣ ਦੀ ਸਟੱਡੀ ਹੈ ਇਹਦੇ ਵਿੱਚ ਸੈਕਿੰਡ ਕਹਿੰਦੇ ਐਜੂਕੇਸ਼ਨਲ ਜਿਹੜੀ ਸਾਈਕੋਲੋਜੀ ਹੈ ਪ੍ਰੀਮਿਲਰੀ ਸਟੱਡੀ ਹਿਊਮਨ ਬੀਇੰਗ ਹਾਊ ਵੀ ਬਿਹੇਵ why examine how we feel how we think how we adjust fail to adjust the situation ਕਹਿੰਦੇ ਕਿ ਜਿਹੜੀ ਸਾਈਕੋਲੋਜੀ ਹੈ ਮੁੱਢਲੇ ਤੌਰ ਤੇ ਇਨਸਾਨ ਦੇ ਵਿਵਹਾਰ ਨੂੰ ਪਰਖਣਾ ਮਹਿਸੂਸ ਕਰਨਾ ਸਮਝਣਾ ਤੇ ਕਿ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਆ ਕਹਿੰਦੇ ਅਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ ਅਸੀਂ ਕਿਸ ਤਰ੍ਹਾਂ ਸੋਚਦੇ ਆ ਇਸ ਜਿਹੜੇ ਹਾਲਾਤਾਂ ਨੂੰ ਜਿਹੜੇ ਮੁਤਾਬਿਕ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਐਡਜਸਟ ਕਰਨਾ ਹੈ ਉਹਦੀ ਜਿਹੜੀ ਸਟੱਡੀ ਹੈ ਉਹ ਸਿਚੁਏਸ਼ਨ ਨੂੰ ਸਮਝਣ ਦੀ ਜਿਹੜੀ ਸਟੱਡੀ ਹੈ ਐਜੂਕੇਸ਼ਨਲ ਸਾਈਕੋਲੋਜੀ educational combines several science into its fold and makes its study very intensive and extensive ਕਹਿੰਦੇ ਸਾਈਕੋਲੋਜੀ ਜਿਹੜੀ ਹੈ ਬਹੁਤ ਸਾਰੀਆਂ ਸਾਇੰਸਿਸ ਨੂੰ ਇਕੱਠਿਆਂ ਕੀਤਾ ਗਿਆ ਤੇ ਬੜੀ ਹੀ ਪਰਤਾਂ ਦੇ ਵਿੱਚ ਜਿਹੜੀਆਂ ਕਈ ਤਰ੍ਹਾਂ ਦੀਆਂ ਸਾਇੰਸਿਸ ਦਾ ਜਿਹੜਾ ਨਿਚੋੜ ਹੈ ਉਹਨੂੰ ਪਰਖਣ ਦੇ ਵਾਸਤੇ ਸਾਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਇੰਸ ਜਿਹੜੀਆਂ ਅੰਦਰੂਨੀ ਤੇ ਬਾਹਰੀ ਤੌਰ ਤੇ ਜਿਹੜਾ ਪਰਖਣ ਵਾਸਤੇ ਉਹਦੀ ਸਟੱਡੀ ਕਰਨ ਵਾਸਤੇ ਉਹਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਜਿਹੜੀ ਸਾਈਕੋਲੋਜੀ ਜਿਹੜੀ ਹੈ ਉਹਨੂੰ ਜਿਹੜਾ ਪਰਖਣ ਦਾ ਜਿਹੜਾ ਇਹ ਗਿਆਨ ਹੈ ਅੱਗੇ ਕਹਿੰਦਾ ਟੀਚਰ ਵਾਸਤੇ ਕੀ ਮਤਲਬ ਐਜੂਕੇਸ਼ਨਲ ਸਾਈਕੋਲੋਜੀ ਕਿਸ ਤਰ੍ਹਾਂ ਮਤਲਬ ਟੀਚਰ ਕਿਸ ਤਰ੍ਹਾਂ ਦੇਖਦਾ ਕਹਿੰਦਾ ਅਧਿਆਪਕ ਦੀ ਕੰਮ ਹੈ ਅਧਿਆਪਕ ਦਾ ਕੰਮ ਹੈ ਕਿ ਬੱਚਿਆਂ ਦੇ ਵਿੱਚ ਲੁਕੇ ਹੋਏ ਹੁਨਰ ਟੀਚਰਸ ਨੇ ਦੇਖਣਾ ਹੈ ਇੰਸਟ੍ਰਕਟਰ ਨੇ ਦੇਖਣਾ ਹੈ ਕਿ ਆਪਣੇ ਟ੍ਰੇਨੀ ਦੇ ਵਿੱਚ ਕਿਹੜਾ ਹੁਨਰ ਲੁਕਿਆ ਹੋਇਆ ਹੈ ਜਿਸ ਤਰ੍ਹਾਂ ਸਾਨੂੰ ਉਹਨਾਂ ਦੇ ਬਿਹੇਵ ਤੋਂ ਉਹਨਾਂ ਦੇ ਗੱਲਬਾਤ ਤੇ ਲਹਿਜੇ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੱਚੇ ਦੇ ਵਿੱਚ ਕਿਹੜੀਆਂ ਕੁਆਲਿਟੀਆਂ ਹੈ ਉਸੇ ਹੀ ਤਰੀਕੇ ਦੇ ਨਾਲ ਇੱਕ ਟੀਚਰ ਇੱਕ ਇੰਸਟ੍ਰਕਟਰ ਬੱਚੇ ਨੂੰ ਉਸੇ ਦਿਸ਼ਾ ਦੇ ਵੱਲ ਮੋੜਦਾ ਹੈ ਹੁਣ ਕਈ ਬੱਚਿਆਂ ਦੇ ਵਿੱਚ ਜਿਸ ਤਰ੍ਹਾਂ ਸਪੋਰਟਸ ਦਾ ਜਿਹੜਾ ਟੈਲੈਂਟ ਜ਼ਿਆਦਾ ਹੁੰਦਾ ਹੈ ਕਈ ਬੱਚਿਆਂ ਦੇ ਵਿੱਚ ਸਿੰਗਿੰਗ ਦਾ ਟੈਲੈਂਟ ਜ਼ਿਆਦਾ ਹੁੰਦਾ ਹੈ ਕਈ ਬੱਚਿਆਂ ਦੇ ਵਿੱਚ ਕੋਈ ਕ੍ਰੀਏਟਿਵ ਮਾਈਂਡ ਹੁੰਦਾ ਹੈ ਉਹ ਕੋਈ ਨਵੀਆਂ ਇਨਵੈਂਸ਼ਨਸ ਕਰਦਾ ਹੈ ਉਹਨਾਂ ਦੇ ਟੈਲੈਂਟ ਨੂੰ ਪਰਖਣ ਵਾਸਤੇ ਜਿਹੜਾ ਟੀਚਰ ਹੈ ਉਹ ਜਿਹੜਾ ਉਹਨਾਂ ਦੇ ਹੁਨਰ ਨੂੰ ਬਾਹਰ ਕੱਢਦਾ ਹੈ ਇੱਕ ਸਟੱਡੀ ਕਰਦਾ ਹੈ ਉਹਦੇ ਜਿਹੜੇ ਉਹਨੂੰ ਸਮਝਦਾ ਹੈ ਉਹਦੇ ਦਿਮਾਗ ਨੂੰ ਸਮਝਦਿਆਂ ਹੋਇਆ ਆਪਣੇ ਜਿਹੜੇ ਬੱਚਿਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਿਕਾਸ ਕਰਨ ਦੀ ਜਿਹੜੀ ਹੈ ਉਹ ਸਟੱਡੀ ਕਰਦਾ ਹੈ ਇੱਕ ਟੀਚਰ ਦਾ ਜਿਹੜਾ ਹੈ ਇਹ ਮੇਨ ਰੋਲ ਹੈ ਐਜੂਕੇਸ਼ਨਲ ਸਾਈਕੋਲੋਜੀ ਦੇ ਵਿੱਚ ਹੁਣ ਡੈਫੀਨੇਸ਼ਨਸ ਵਿੱਚ ਕਹਿੰਦੇ ਕੀ ਹੈ ਮੇਨ ਇਹ ਜਿਹੜਾ ਸਾਡਾ ਟੌਪਿਕ ਹੈ ਐਜੂਕੇਸ਼ਨਲ ਸਾਈਕੋਲੋਜੀ ਇੱਕ ਬਹੁਤ ਹੀ ਵਾਈਡ ਟੌਪਿਕ ਹੈ ਇਹਦੇ ਵਿੱਚ ਜਿੰਨੀ ਵੀ ਤੁਸੀਂ ਸਟੱਡੀ ਕਰ ਲਓ ਜਿੰਨੇ ਵੀ ਤੁਸੀਂ ਟੌਪਿਕ ਇਹਦੇ ਨੌਲੇਜ ਨੂੰ ਇਕੱਠਾ ਕਰਨ ਵਾਸਤੇ ਤੁਸੀਂ ਡਿਸਕਸ ਕਰ ਸਕਦੇ ਹੋ ਇਹਦਾ ਕਹਿੰਦੇ ਕੋਈ ਵੀ ਜਿਹੜੀ ਸੀਮਾ ਨਹੀਂ ਹੈ ਐਜੂਕੇਸ਼ਨਲ ਸਾਈਕੋਲੋਜੀ ਦੀ ਇਹ ਜਨਮ ਤੋਂ ਲੈ ਕੇ ਮਰਨ ਤੱਕ ਜਿਹੜੀ ਹੈ ਕੋਈ ਨਾ ਕੋਈ ਵਿਚਾਰ ਇਨਸਾਨ ਦੇ ਦਿਮਾਗ ਵਿੱਚ ਜਿਹੜੇ ਉਹ ਚੱਲਦੇ ਰਹਿੰਦੇ ਆ ਤੇ ਜਿਸ ਨੂੰ ਕਈ ਜਿਹੜੇ ਦਾਰਸ਼ਨਿਕ ਜਿਹੜੇ ਪ੍ਰਮੁੱਖ ਦਾਰਸ਼ਨਿਕ ਹੈ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਆਪਣੇ ਜਿਹੜੇ ਪਰਿਭਾਸ਼ਿਤ ਕੀਤੀ ਹੈ ਡੈਫੀਨੇਸ਼ਨ ਸਾਈਕੋਲੋਜੀ ਦੀ ਉਹ ਮੈਂ ਤੁਹਾਨੂੰ ਹੁਣ ਡਿਸਕਸ ਕਰ ਰਹੀ ਹਾਂ ਕਹਿੰਦੇ ਇੱਕ ਜਿਹੜੇ ਸਾਈਕੋਲੋਜੀ ਇਜ਼ ਐਨ academic discipline and a social science which seek to understand individual and group by established journal principle and researching specific cases ਕਹਿੰਦੇ academic discipline ਤੇ social science ਹੈ ਇਸ ਨੂੰ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਹੈ ਦਾਰਸ਼ਨਿਕਾਂ ਦੇ ਜਿਹੜੇ ਵਿਚਾਰ ਉਹ ਕਹਿੰਦੇ ਕਿ ਇਹ ਹੈ ਕਿ ਇਹ ਇੱਕ ਆਰਟ ਹੈ ਜਿਹੜੀ ਸਾਈਕੋਲੋਜੀ ਕਹਿੰਦੇ ਸਾਈਕੋਲੋਜੀ ਐਜ਼ ਐਨ ਆਰਟ ਅਦਰ ਪੀਪਲ ਹੈਵ ਡਿਫਾਈਨਡ ਸਾਈਕੋਲੋਜੀ ਐਜ਼ ਏ ਸਾਇੰਸ ਕੁਝ ਕਹਿੰਦੇ ਆ ਕਿ ਇਹ ਇੱਕ ਆਰਟ ਹੈ ਕੁਝ ਕਹਿੰਦੇ ਆ ਇਹ ਇੱਕ ਸਾਇੰਸ ਹੈ
ਤੇ ਕੁਝ ਕਹਿੰਦੇ ਕਿ ਮਾइंड ਤੇ ਦਿਮਾਗ ਦੀ ਜਿਹੜੀ ਵਿਵਹਾਰਕ ਸਾਇੰਸ ਹੈ ਇਹਦੇ ਵਿੱਚ ਜਿਹਦੇ ਨਾਲ ਇਨਸਾਨ ਦੇ ਜਿਹੜੇ ਕੰਮ ਕਰਨ ਦੀ ਜਿਹੜੀ ਵਿਵਹਾਰ ਹੈ ਉਹਦੀ ਜਿਹੜੀ ਉਹਨੂੰ ਸਟੱਡੀ ਕਰਨ ਦੀ ਇੱਕ ਸਾਇੰਸ ਹੈ। ਇਹ ਅਲੱਗ-ਅਲੱਗ ਜਿਹੜੇ ਆਥਰ ਹੈ ਜਿਹੜੇ ਸਾਡੇ ਦਾਰਸ਼ਨਿਕ ਹੈ ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਹਿਊਮਨ ਨੇਚਰ ਨੂੰ ਉਹਦੇ ਬਿਹੇਵ ਨੂੰ ਉਹਦੇ ਡਿਫਰੈਂਸ ਓਪੀਨੀਅਨ ਦਿੱਤੇ ਆ ਕਿ ਉਹਦੇ ਜਿਹੜੇ ਪਰਸਪੈਕਟਿਵ ਜਿਹੜੇ ਉਹਦੇ ਹੈਗੇ ਉਹਨੂੰ ਕਿਸ ਤਰ੍ਹਾਂ ਉਹਨਾਂ ਨੇ ਬਰੀਫ ਕੀਤਾ ਹੈ ਪਰਿਭਾਸ਼ਿਤ ਕੀਤਾ ਹੈ। ਉਹ ਕਹਿੰਦੇ ਕਿ ਜਿਹੜੀ ਸਾਈਕੋਲੋਜੀ ਆਦਮੀ ਦੇ ਸੁਭਾਅ ਉਹਦੇ ਵਿਵਹਾਰ ਦੇ ਜਿਹੜੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ ਤੇ ਉਸ ਬਾਰੇ ਗੱਲ ਕਰਦੀ ਹੈ ਕਿ ਕੁਝ ਪ੍ਰਮੁੱਖ ਜਿਹੜੇ ਦਾਰਸ਼ਨਿਕ ਉਹ ਕੀ ਕਹਿੰਦੇ ਆ। ਕਹਿੰਦੇ ਕਿ J.B. ਵਾਟਸਨ ਅਕੋਰਡਿੰਗ ਟੂ ਹਿਮ ਸਾਈਕੋਲੋਜੀ ਇਜ਼ ਦਾ ਪੋਜ਼ਿਟਿਵ ਸਾਇੰਸ ਆਫ ਬਿਹੇਵੀਅਰ। ਵਾਟਸਨ ਦੇ ਅਕੋਰਡਿੰਗ ਕਹਿੰਦੇ ਆ ਕਿ ਮਨੋਵਿਗਿਆਨ ਜਿਹੜਾ ਵਿਹਾਰ ਦਾ ਸਕਾਰਾਤਮਕ ਵਿਗਿਆਨ ਹੈ। ਤੇ ਜਿਹੜੇ ਮਨ ਦੀ ਜਿਹੜੀ ਡੈਫੀਨੇਸ਼ਨ ਹੈ ਵੈਟਸਨ ਦੀ ਡੈਫੀਨੇਸ਼ਨ ਹੈ ਅਲੱਗ-ਅਲੱਗ ਡੈਫੀਨੇਸ਼ਨਸ ਹੈ ਜਿਹਦਾ ਮੇਨ ਮਕਸਦ ਸਭ ਦਾ ਇਹੋ ਹੀ ਹੈ ਕਿ ਜਿਹੜੀ ਮਨੋਵਿਗਿਆਨ ਹੈ ਉਹ ਇੱਕ ਬਿਹੇਵ ਦੀ ਜਿਹੜੀ ਹੈ ਉਹਦੀ ਸਟੱਡੀ ਕਰਨੀ ਹੈ, ਉਹਦੇ ਦਿਮਾਗ ਦੀ ਸੋਚਣ ਸ਼ਕਤੀ ਦੀ ਜਿਹੜੀ ਸਟੱਡੀ ਕਰਨੀ ਹੈ। ਸਕਿਨਰ ਕਹਿੰਦਾ ਕਿ ਸਾਈਕੋਲੋਜੀ ਡੀਲ ਵਿਦ ਰਿਸਪੌਂਸ ਟੂ ਐਨੀ ਐਂਡ ਐਵਰੀ ਕਾਈਂਡ ਆਫ ਸਿਚੁਏਸ਼ਨ that life present by response of behavior it meant all form of process adjustment activities and experience of the organism। ਕਹਿੰਦੇ ਕਿ ਸਕਿਨਰ ਕਹਿੰਦਾ ਕਿ ਜਿਹੜੀ ਉਹਦੀ ਬਿਹੇਵੀਅਰ ਹੈ ਉਹਦੇ ਮੈਂਟਲ ਦਿਮਾਗ ਦੇ ਵਿੱਚ ਜੋ ਵੀ ਉਹਦੀ ਹੈਗੀ ਉਪਜਦਾ ਹੈ ਉਹਦੀ ਲਾਈਫ ਨੂੰ ਜਿਉਣ ਦਾ ਜਿਹੜਾ ਢੰਗ ਹੈ ਪਰਿਸਥਿਤੀਆਂ ਹੈ ਉਹਦੇ ਪ੍ਰੋਸੈਸ ਜਿਹੜੇ ਹੈ ਐਕਟੀਵਿਟੀਜ਼ ਹੈ ਉਹਦੀ ਐਡਜਸਟਮੈਂਟ ਕਿਸ ਤਰ੍ਹਾਂ ਸਿਚੁਏਸ਼ਨ ਦੇ ਵਿੱਚ ਆਦਮੀ ਨੇ ਐਡਜਸਟ ਕਰਨਾ ਹੈ ਜਿਹੜੇ ਉਹਦੇ ਤਜਰਬੇ ਹੈ ਉਹ ਸਾਰੀ ਐਕਟੀਵਿਟੀਜ਼ ਕਿਰਿਆਵਾਂ ਦੀ ਜਿਹੜੀ ਹੈ ਉਹਨੂੰ ਸਟੱਡੀ ਕਰਨ ਦਾ ਜਿਹੜਾ ਇੱਕ ਮਨੋਵਿਗਿਆਨ ਇੱਕ ਸਾਧਨ ਹੈ। ਵਾਟਸਨ ਕਹਿੰਦਾ ਸਾਈਕੋਲੋਜੀ ਇਜ਼ ਦਾ ਸਾਇੰਸ ਆਫ ਬਿਹੇਵੀਅਰ ਕਿ ਜਿਹੜੀ ਸਾਈਕੋਲੋਜੀ ਹੈ ਬਿਹੇਵੀਅਰ ਦੀ ਸਾਇੰਸ ਹੈ ਜਿਹਦੇ ਵਿੱਚ ਮਨੁੱਖ ਦੇ ਬਿਹੇਵ ਨੂੰ ਵਿਵਹਾਰ ਨੂੰ ਜਿਹੜੀ ਹੈ ਉਹਨੂੰ ਚੈੱਕ ਕੀਤਾ ਜਾਂਦਾ ਹੈ। ਔਰ ਮਨ ਕਹਿੰਦਾ ਹੈ ਸਾਈਕੋਲੋਜੀ ਟੂਡੇ ਕੰਸਰਨ ਇਟਸੈਲਫ ਵਿਦ ਦਾ ਸਾਇੰਸ ਸਾਇੰਟਿਫਿਕ ਇਨਵੈਸਟੀਗੇਸ਼ਨ ਆਫ ਬਿਹੇਵੀਅਰ। ਮਨ ਕਹਿੰਦਾ ਹੈ ਕਿ ਆਧੁਨਿਕ ਮਨੋਵਿਗਿਆਨ ਦਾ ਸੰਬੰਧ ਵਿਹਾਰ ਦੀ ਵਿਗਿਆਨਕ ਖੋਜ ਦੇ ਨਾਲ ਹੈ। ਔਰ ਕ੍ਰੋ ਕਹਿੰਦਾ ਹੈ ਕਿ ਸਾਈਕੋਲੋਜੀ ਇਜ਼ ਦਾ ਸਟੱਡੀ ਆਫ ਹਿਊਮਨ ਬਿਹੇਵੀਅਰ ਐਂਡ ਹਿਊਮਨ ਰਿਲੇਸ਼ਨ। ਕਹਿੰਦੇ ਕਿ ਇਹ ਜਿਹੜਾ ਮਨੁੱਖੀ ਵਿਹਾਰ ਅਤੇ ਮਨੁੱਖੀ ਸੰਬੰਧਾਂ ਦਾ ਅਧਿਐਨ ਹੈ। ਔਰ ਜਿਹੜੇ ਵੁੱਡਵਰਥ ਕਹਿੰਦਾ ਹੈ ਸਾਈਕੋਲੋਜੀ ਕੈਨ ਬੀ ਡਿਫਾਈਨਡ ਐਜ਼ ਦਾ ਸਾਇੰਸ ਆਫ ਦਾ ਐਕਟੀਵਿਟੀਜ਼ ਆਫ ਇੰਡੀਵਿਜੂਅਲ ਇਨ ਰਿਲੇਸ਼ਨ ਆਫ ਇਨਵਾਇਰਮੈਂਟ। ਵੁੱਡਵਰਥ ਕਹਿੰਦਾ ਹੈ ਕਿ ਮਨੋਵਿਗਿਆਨ ਵਾਤਾਵਰਣ ਦੇ ਸੰਬੰਧ ਵਿੱਚ ਵਿਅਕਤੀ ਦੀਆਂ ਕਿਰਿਆਵਾਂ ਦਾ ਵਿਗਿਆਨ ਹੈ। ਤੇ ਕਹਿੰਦੇ ਕਿ ਜਿਹੜਾ ਵਿਅਕਤੀ ਦੀਆਂ ਕਿਰਿਆਵਾਂ ਦਾ ਵਿਗਿਆਨ ਹੈ ਉਹ ਕਿਹੜੀਆਂ ਸਿਚੁਏਸ਼ਨਸ ਹੈ ਕਿਹੜੀਆਂ ਜਗ੍ਹਾ ਤੇ ਉਹਦੇ ਵਿਚਾਰ ਬਦਲਦੇ ਆ ਕਿਉਂਕਿ ਇਨਸਾਨ ਦੇ ਵਿਚਾਰ ਕਦੇ ਵੀ ਇੱਕ ਜਗ੍ਹਾ ਤੇ ਇੱਕ ਪਰਿਸਥਿਤੀ ਤੇ ਇੱਕੋ ਜਿਹੇ ਨਹੀਂ ਰਹਿੰਦੇ। ਉਹਦੇ ਟਾਈਮ ਟੂ ਟਾਈਮ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਉਹਦੇ ਮਨ ਦੇ ਜਿਹੜੇ ਵਿਚਾਰ ਹੈ ਉਹ ਚੇਂਜ ਹੁੰਦੇ ਰਹਿੰਦੇ ਆ। ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਡੈਫੀਨੇਸ਼ਨ ਤੋਂ ਬਾਅਦ ਸਾਈਕੋਲੋਜੀ ਜਿਹੜੀ ਹੈ ਮੀਨਿੰਗ ਆਫ ਐਜੂਕੇਸ਼ਨਲ ਸਾਈਕੋਲੋਜੀ ਉਹ ਕੀ ਹੈ। ਕਹਿੰਦਾ the word of psychology is derived from two Latin word। ਜਿਹੜਾ ਸਾਈਕੋਲੋਜੀ ਵਰਡ ਹੈ ਕਹਿੰਦੇ ਕਿ ਦੋ ਲਾਤੀਨੀ ਭਾਸ਼ਾ ਦੇ ਜਿਹੜੇ ਦੋ ਸ਼ਬਦ ਹੈ ਸਾਈਕੀ ਐਂਡ ਲੋਗਸ ਤੋਂ ਜਿਹੜਾ ਬਣਿਆ ਹੈ। ਸਾਈਕੀ ਦਾ ਅਰਥ ਜਿਹੜਾ ਹੈਗਾ ਹੈ ਸੋਲ ਦਾ ਮਤਲਬ ਆਤਮਾ ਤੇ ਲੋਗਸ ਦਾ ਅਰਥ ਹੈਗਾ ਹੈ ਸਾਇੰਸ ਤੇ ਸਾਇੰਸ ਦਾ ਮਤਲਬ ਹੈ ਵਿਗਿਆਨ। ਮਤਲਬ ਕਿ ਇਹ ਆਤਮਾ ਦਾ ਜਿਹੜਾ ਵਿਗਿਆਨ ਹੈ ਉਹਨੂੰ ਕਹਿੰਦੇ ਆ ਸਾਈਕੋਲੋਜੀ ਜਿਹਦੇ ਨਾਲ ਅਸੀਂ ਮਨ ਦੇ ਆਤਮਾ ਦੇ ਵਿਗਿਆਨ ਦੀ ਜਿਹੜੀ ਹੈ ਉਹਦੀ ਜਿਹੜੀ ਨੌਲੇਜ ਹੈ ਉਹਨੂੰ ਪਤਾ ਕਰਨ ਵਾਸਤੇ ਸਾਨੂੰ ਜਿਹੜੀ ਸਾਈਕੋਲੋਜੀ ਦੀ ਜਿਹੜੀ ਉਹ ਲੋੜ ਪੈਂਦੀ ਹੈ। ਉਸ ਤੋਂ ਬਾਅਦ ਕਹਿੰਦਾ ਹੈ ਕਿ ਜਿਹੜਾ ਸਾਈਕੋਲੋਜੀ ਕਹਿੰਦੇ ਸਭ ਤੋਂ ਪਹਿਲਾਂ ਸਾਇੰਸ ਆਫ ਸੋਲ ਆਤਮਾ ਦਾ ਗਿਆਨ ਸੀ। ਸਾਈਕੋਲੋਜੀ ਲਿਟਰਲੀ ਮੀਨ ਹੈ ਸਾਇੰਸ ਅਬਾਊਟ ਦਾ ਸੋਲ। ਉਸ ਤੋਂ ਬਾਅਦ ਕਹਿੰਦਾ ਸਾਈਕੋਲੋਜੀ ਦਾ ਸਾਇੰਟਿਫਿਕ ਸਟੱਡੀ ਆਫ ਹਿਊਮਨ ਬਿਹੇਵੀਅਰ ਐਂਡ देयर ਮੈਂਟਲ ਪ੍ਰੋਸੈਸ ਜਿਹੜੇ ਹਿਊਮਨ ਦੇ ਬਿਹੇਵ ਤੇ ਉਹਦੇ ਦਿਮਾਗ ਦੀ ਜਿਹੜੀ ਪ੍ਰੋਸੈਸ ਹੈ ਸਾਇੰਟਿਫਿਕ ਸਟੱਡੀ ਹੈ ਸਾਈਕੋਲੋਜੀ। ਫਿਰ ਕਹਿੰਦੇ ਸਾਈਕੋਲੋਜੀ ਇਜ਼ ਅ ਸਿਸਟਮੈਟਿਕ ਸਟੱਡੀ ਆਫ ਹਿਊਮਨ ਬਿਹੇਵੀਅਰ। ਸਾਈਕੋਲੋਜੀ ਜਿਹੜੀ ਹੈ ਇੱਕ ਸਿਸਟਮ ਦੇ ਨਾਲ ਚੱਲਣ ਵਾਲੀ ਜਿਹੜੀ ਹੈ ਉਹ ਸਟੱਡੀ ਹੈ ਮਤਲਬ ਸਟੈਪ ਬਾਏ ਸਟੈਪ ਅਸੀਂ ਜਿਹੜੀ ਉਹਦੇ ਸਿਸਟਮ ਦੇ ਅਕੋਰਡਿੰਗ ਉਹਦੇ ਮਨੁੱਖ ਦੇ ਬਿਹੇਵ ਦੀ ਜਿਹੜੀ ਆ ਉਹਨੂੰ ਸਟੱਡੀ ਕਰਨਾ ਹੈ। ਉਹਦੇ ਦਿਮਾਗ ਦੀ ਉਹਦੇ ਹਿਊਮਨ ਨੇਚਰ ਦੀ ਜਿਹੜੀ ਸਟੱਡੀ ਕਰਨ ਨੂੰ ਅਸੀਂ ਐਜੂਕੇਸ਼ਨਲ ਸਾਈਕੋਲੋਜੀ ਕਹਿੰਦੇ ਹਾਂ। ਅੱਗੇ ਅਸੀਂ ਡਿਸਕਸ ਕਰਦੇ ਹਾਂ ਐਜੂਕੇਸ਼ਨਲ ਸਾਈਕੋਲੋਜੀ ਕੀ ਹੈ। ਐਜੂਕੇਸ਼ਨਲ ਸਾਈਕੋਲੋਜੀ ਦਾ ਜਿਹੜਾ ਕੰਸੈਪਟ ਹੈ ਇਹ ਮਤਲਬ ਪਿਛਲੇ ਸਮੇਂ ਤੋਂ ਹੀ ਕਹਿੰਦੇ ਜਦੋਂ ਅਸੀਂ ਪੁਰਾਣੇ ਸਮੇਂ 'ਚ ਇਨਸਾਨ ਦੀ ਜਿਹੜੀ ਕਹਿੰਦੇ ਕਿ ਨਾ ਤੇ ਕੋਈ ਉਹਦੀ ਭਾਸ਼ਾ ਸੀ
ਨਾ ਹੀ ਕੋਈ ਉਹਦਾ ਸੋਸ਼ਲ ਬਿਹੇਵ ਸੀ, ਤੇ ਉਹ ਹਮੇਸ਼ਾ ਜਿਹੜੇ ਸੀ ਨਾ ਉਹਨੂੰ ਕੋਈ ਬੋਲਣਾ ਆਉਂਦਾ ਸੀ, ਨਾ ਉਹਨੂੰ ਸੋਚਣਾ ਸਮਝਣਾ ਆਉਂਦਾ ਸੀ, ਕਿਉਂਕਿ ਐਂਸ਼ੀਐਂਟ ਏਜ ਦਾ ਜਿਹੜਾ ਆਦਿ ਮਾਨਵ ਸੀ, ਉਹਦੀ ਸੋਚਣ ਸ਼ਕਤੀ, ਉਹਦੀ ਸਮਝਣ ਸ਼ਕਤੀ, ਉਹਦੀ ਭਾਸ਼ਾ, ਉਹਦੇ ਬਾਰੇ ਨੂੰ ਕੋਈ ਗਿਆਨ ਨਹੀਂ ਸੀ। ਕੱਚੇ ਫਲ ਖਾਂਦਾ ਸੀ, ਕੱਚੇ ਮਾंस ਖਾਂਦਾ ਸੀ, ਉਹਨੂੰ ਪਕਾ ਕੇ ਖਾਣ ਦਾ ਕੋਈ ਨੌਲੇਜ ਹੀ ਨਹੀਂ ਸੀ ਕਿ ਅਸੀਂ ਮਾंस ਨੂੰ ਕਿਸ ਤਰ੍ਹਾਂ ਪਕਾ ਕੇ ਖਾਣਾ ਹੈ। ਹੌਲੀ ਹੌਲੀ ਕਹਿੰਦਾ ਸਮੇਂ ਦੇ ਅਨੁਸਾਰ ਜਿੱਦਾਂ ਜਿੱਦਾਂ ਇਨਸਾਨ ਦੀ ਜਿਹੜੀ ਹੈ ਸੋਚ ਵਿੱਚ ਇਜ਼ਾਫਾ ਹੁੰਦਾ ਗਿਆ, ਕਹਿੰਦਾ ਉਹਦੇ ਮਾਈਂਡ ਦੇ ਵਿੱਚ ਕਈ ਤਰ੍ਹਾਂ ਦੇ ਸਟੋਰਮਸ ਆਉਂਦੇ ਸੀ, ਡ੍ਰੀਮਸ ਆਉਂਦੇ ਸੀ, ਉਹ ਸੁਪਨੇ ਆਉਂਦੇ ਸੀ, ਪਰ ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਨੂੰ ਕੀ ਹੋ ਰਿਹਾ ਹੈ। ਇਹ ਸੁਪਨੇ, ਇਹ ਜਿਹੜੀਆਂ ਪ੍ਰੋਬਲਮਸ ਆ, ਇਹ ਜਿਹੜੀਆਂ ਫੇਸਿਸ ਕਰਨ ਦੀ ਜਿਹੜੀ ਸੀ, ਉਹਨੂੰ ਕੋਈ ਉਹਦੇ ਬਾਰੇ ਨੌਲੇਜ ਹੀ ਨਹੀਂ ਸੀ ਕਿ ਮੈਨੂੰ ਇਹ ਮੇਰੇ ਦਿਮਾਗ ਵਿੱਚ ਕਿਹੜੀ ਕਸ਼ਮਕਸ਼ ਚੱਲ ਰਹੀ ਹੈ, ਮੇਰੇ ਦਿਮਾਗ ਵਿੱਚ ਕੀ ਹੋ ਰਿਹਾ ਹੈ, ਕਿਉਂਕਿ ਉਹਦੇ ਦਿਮਾਗ ਔਰ ਭਾਸ਼ਾ, ਉਹਨੂੰ ਕਿਸੇ ਚੀਜ਼ ਦਾ ਕੋਈ ਗਿਆਨ ਨਹੀਂ ਸੀ, ਤੇ ਕੱਚਾ ਮਾंस ਖਾਂਦਾ ਸੀ। ਜਿੱਦਾਂ ਜਿੱਦਾਂ ਉਹਨੂੰ ਹੌਲੀ ਹੌਲੀ ਸਮਝ ਆਉਣ ਲੱਗੀ ਤੇ ਉਸਨੇ ਮਾंस ਨੂੰ ਪਕਾ ਕੇ ਖਾਣਾ ਸ਼ੁਰੂ ਕਰਤਾ। ਉਹਦੀ ਸੋਚਣ ਸ਼ਕਤੀ ਦੇ ਵਿੱਚ ਥੋੜਾ ਥੋੜਾ ਹੌਲੀ ਹੌਲੀ ਚੇਂਜ ਹੋਣਾ ਸ਼ੁਰੂ ਕੀਤਾ, ਤਾਂ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਹੜਾ ਜਿਉਣਾ ਸ਼ੁਰੂ ਕਰਤਾ। ਫਿਰ ਕਹਿੰਦਾ ਕਿ ਜਿਹੜੇ ਉਸ ਸਮੇਂ ਜਿਹੜੀ ਰਿਐਲਿਟੀ ਸੀ, ਸੁਪਨੇ ਜਿਹੜੇ ਉਹਨੂੰ ਆਉਂਦੇ ਸੀ, ਉਹਨੂੰ ਕਹਿੰਦਾ ਕਿ ਉਹ ਕਿਸ ਸੋਚਦਾ ਸੀ ਕਿ ਇਹਨੂੰ ਮੈਂ ਹਕੀਕਤ 'ਚ ਕਿਸ ਤਰ੍ਹਾਂ ਬਦਲਣਾ ਹੈ, ਸੁਪਨਿਆਂ ਨੂੰ ਰਿਐਲਿਟੀ ਵਿੱਚ ਕਿਸ ਤਰ੍ਹਾਂ ਬਦਲਣਾ ਹੈ। ਉਸ ਵਕਤ ਮੇਨ ਏਮ ਸੀ ਸਾਈਕੋਲੋਜੀ ਦਾ ਇਹ ਸੀ ਕਿ ਐਨਾਲਾਈਜ਼ ਕਰਨਾ ਸੀ ਡ੍ਰੀਮਸ ਦੇ ਸੈਕਿੰਡ ਪ੍ਰੋਬਲਮ, ਜਿਹੜੇ ਉਹਦੇ ਸੁਪਨੇ ਆਉਂਦੇ ਸੀ, ਉਹਦੀ ਡ੍ਰੀਮਸ ਨੂੰ ਕਿੱਦਾਂ ਫੁੱਲਫਿਲ ਕਰਨਾ ਹੈ। ਇਹ ਸਾਈਕੋਲੋਜੀ ਦੀ ਇੱਕ ਮੇਨ ਪ੍ਰੋਬਲਮ ਸੀ ਕਿ ਉਹਨੂੰ ਕਿਸ ਤਰ੍ਹਾਂ ਫਿਲਫਿਲ ਕਰਨਾ ਹੈ। ਕਹਿੰਦਾ ਥੀਸ ਆਰ ਦਾ ਡ੍ਰੀਮ ਦੈਟ ਮੇਡ ਹਿਮ ਬ੍ਰਿੰਗ ਇਨ ਦਾ ਪ੍ਰੈਜ਼ੈਂਟ ਕੰਡੀਸ਼ਨ। ਉਸ ਸਮੇਂ ਕੀ ਹੁੰਦਾ ਸੀ, ਕਹਿੰਦੇ ਇਨਸਾਨ ਬਿਨਾਂ ਕੱਪੜਿਆਂ ਤੋਂ, ਬਿਨਾਂ ਭਾਸ਼ਾ ਤੋਂ, ਬਿਨਾਂ ਲੈਂਗੁਏਜ ਤੋਂ, ਬਿਨਾਂ ਕਲਚਰ ਤੋਂ ਜਿਹੜਾ ਸੀ ਉਹ ਰਹਿੰਦਾ ਸੀ, ਸੁਪਨੇ ਵੇਖਦਾ ਸੀ, ਪਰ ਸੁਪਨਿਆਂ ਨੂੰ ਪੂਰੇ ਕਰਨ ਦਾ ਉਹਨੂੰ ਕੋਈ ਨੌਲੇਜ ਨਹੀਂ ਸੀ। ਫਿਰ ਉਹ ਕਹਿੰਦਾ ਉਸ ਸਮੇਂ ਜਿਹੜੇ ਉਹਦੇ ਪ੍ਰੈਜ਼ੈਂਟ ਕੰਡੀਸ਼ਨ ਸੀ, ਫਿਰ ਉਹਨੂੰ ਹੌਲੀ ਹੌਲੀ ਮਾਡਰਨ ਏਜ ਦੇ ਵਿੱਚ ਪ੍ਰੈਜ਼ੈਂਟ ਕੰਡੀਸ਼ਨ ਦੇ ਵਿੱਚ ਆਏ ਸਾਈਕੋਲੋਜੀ ਦੇ ਨਾਲ ਉਹਨੇ ਆਪਣਾ ਦਿਮਾਗ ਨੂੰ ਸੋਚਣਾ ਸ਼ੁਰੂ ਕੀਤਾ, ਸਮਝਣਾ ਸ਼ੁਰੂ ਕੀਤਾ। ਫਿਰ ਹੀ ਉਹਨੂੰ ਸਾਰੀ ਜਿਹੜੀ ਹੈ ਆਪਣੀ ਦਿਮਾਗ ਦੇ ਉੱਤੇ ਰਹਿਣ ਸਹਿਣ ਦੀ ਉਹਨੂੰ ਜਿਹੜੀ ਨੌਲੇਜ ਆਈ। ਕਿ ਹੌਲੀ ਹੌਲੀ ਉਸਦੀ ਪ੍ਰੋਗਰੈਸ ਹੋਣ ਲੱਗੀ, ਤੇ ਹੌਲੀ ਹੌਲੀ ਕੀ ਹੋਇਆ, ਜੋ ਸਾਈਕੋਲੋਜੀ ਨੇ ਉਸਨੂੰ ਬਣਾਇਆ, ਉਹ ਹੌਲੀ ਹੌਲੀ ਸਾਈਕੋਲੋਜੀ ਨੇ ਉਸਨੂੰ ਮਾਡਰਨ ਮੈਨ ਤੇ ਉਸਨੂੰ ਸਾਈਕੋਲੋਜੀ ਨੇ ਬਣਾਇਆ। ਅੱਜ ਦਾ ਜਿਹੜਾ ਮਾਡਰਨ ਆਦਮੀ ਹੈ ਉਹ ਇੱਕ ਸਾਈਕੋਲੋਜੀ ਦੀ ਹੀ ਦੇਣ ਹੈ, ਜਿਹਦੇ ਨਾਲ ਉਹਦੇ ਦਿਮਾਗ ਦੀਆਂ ਜਿਹੜੀਆਂ ਚੱਲ ਰਹੀਆਂ ਗਤੀਵਿਧੀਆਂ ਨੂੰ ਉਸਨੇ ਸਮਝਿਆ ਤੇ ਉਸਨੂੰ ਲਾਗੂ ਕੀਤਾ, ਉਹਦੀਆਂ ਪਰਿਸਥਿਤੀਆਂ ਨੂੰ ਜਾਣਿਆ, ਤੇ ਤਾਂ ਹੀ ਜਿਹੜਾ ਅੱਜ ਦਾ ਜਿਹੜਾ ਮਾਡਰਨ ਮੈਨ ਹੈ ਕਈ ਤਰ੍ਹਾਂ ਦੀ ਜਿਹੜੀਆਂ ਇਨਵੈਂਸ਼ਨਸ ਕਰ ਰਿਹਾ ਹੈ, ਆਪਣੀ ਤਰੱਕੀ ਕਰ ਰਿਹਾ ਹੈ, ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਇੰਜੋਏ ਕਰ ਰਿਹਾ ਹੈ। ਸਾਈਕੋਲੋਜੀ ਤੋਂ ਬਾਅਦ ਹੁਣ ਆਂਦੀ ਗੱਲ ਐਜੂਕੇਸ਼ਨਲ ਸਾਈਕੋਲੋਜੀ ਦੀ। ਕਹਿੰਦਾ ਕਿ ਜਿਹੜਾ ਵਰਲਡ ਸਾਈਕੋਲੋਜੀ ਵਾਜ਼ ਫਸਟ ਯੂਜ਼ਡ ਇਨ 1590 ਬਾय ਰੂਡੋਲਫ ਗੋਕਲ। ਰੂਡੋਲਫ ਗੋਕਲ ਨੇ ਕਹਿੰਦੇ ਸਾਈਕੋਲੋਜੀ ਦਾ ਜਿਹੜਾ ਸਭ ਤੋਂ ਪਹਿਲਾ ਸ਼ਬਦ ਇਸਤੇਮਾਲ ਕੀਤਾ 1590 ਦੇ ਵਿੱਚ। 1590 ਦੇ ਵਿੱਚ ਕਹਿੰਦਾ ਕਿ ਉਹਨੇ ਕੀਤਾ, ਤੇ ਫਿਰ ਇਸੇ ਤਰ੍ਹਾਂ ਹੀ ਬੋਸਟਨ ਨੇ ਫਿਰ ਪੋਜ਼ਿਟਿਵ ਸਾਇੰਸ ਬਿਹੇਵੀਅਰ ਦੀ ਜਿਹੜੀ ਉਹਨੂੰ ਪਰਿਭਾਸ਼ਿਤ ਕੀਤਾ। ਵੁੱਡਵਰਥ ਨੇ ਕਿਹਾ ਕਿ ਸਾਇੰਸ ਆਫ ਦਾ ਐਕਟੀਵਿਟੀ ਆਫ ਦਾ ਇੰਡੀਵਿਜੂਅਲ ਇਨ ਦਾ ਰਿਲੇਸ਼ਨ ਆਫ ਦਾ এনवायरमेंट की ਜਿਹੜੀ ਸਾਇੰਸ ਸਾਈਕੋਲੋਜੀ ਹੈ ਉਹ ਕਿਰਿਆਵਾਂ ਦੀ, ਇੰਡੀਵਿਜੂਅਲ ਰਿਲੇਸ਼ਨ ਦੀ, এনवायरमेंट ਦੀ, ਵਾਤਾਵਰਣ ਦੀ ਜਿਹੜੀ ਹੈ ਉਹਦੀ ਜਿਹੜੀ ਪਰਿਭਾਸ਼ਿਤ ਹੈ ਉਸਨੂੰ ਕੀਤਾ। ਹੁਣ ਕਹਿੰਦੇ ਜਿਹੜਾ ਐਜੂਕੇਸ਼ਨ, ਕਹਿੰਦਾ ਟੂ ਲਰਨ ਸਮਥਿੰਗ, ਟੂ ਗੈਟ ਨੌਲੇਜ। ਜਿਹੜਾ ਐਜੂਕੇਸ਼ਨ ਆ ਉਹ ਕੀ ਹੈ, ਉਹ ਗਿਆਨ ਨੂੰ ਹਾਸਲ ਕਰਨਾ, ਸਿੱਖਣਾ। ਤੇ ਐਜੂਕੇਸ਼ਨ ਇਜ਼ ਡਰਾਈਵਡ ਫਰੋਮ ਦਾ ਲੈਟਿਨ ਵਰਡ। ਐਜੂਕੇਸ਼ਨ ਜਿਹੜਾ ਇਹ ਵੀ ਲੈਟਿਨ ਵਰਡ, ਜਿਹੜਾ ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਈ ਦਾ ਮਤਲਬ ਹੈ ਇਨਸਾਈਡ ਤੇ ਡਿਊਕੋ ਦਾ ਮਤਲਬ ਹੈ ਆਊਟਸਾਈਡ। ਈ ਦਾ ਮਤਲਬ ਇਨਸਾਈਡ ਅੰਦਰ ਵੱਲ, ਡਿਊਕੋ ਦਾ ਮਤਲਬ ਬਾਹਰ ਵੱਲ, ਮਤਲਬ ਐਡੂਕੇਟ ਟੂ ਬ੍ਰਿੰਗ ਅਪ ਤੇ ਐਡੂਕੇਟ ਟੂ ਲੀਡ ਅਪ। ਕਹਿੰਦੇ ਐਜੂਕੇਸ਼ਨ ਇਜ਼ ਡਰਾਈਵਡ ਫਰੋਮ ਅ ਲੈਟਿਨ ਵਰਡ। ਐਸ ਤੁਸੀਂ ਸਾਰੀ ਇੰਟਰੋਡਕਸ਼ਨਸ, ਡੈਫੀਨੇਸ਼ਨਸ ਐਜੂਕੇਸ਼ਨ ਵਾਲੇ ਟੌਪਿਕ 'ਚ ਮੈਂ ਤੁਹਾਨੂੰ ਸਾਰਾ ਇਹਦੇ ਬਾਰੇ 'ਚ ਜਾਣਕਾਰੀ ਦਿੱਤੀ ਸੀ, ਇਸ ਲਈ ਮੈਂ ਜ਼ਿਆਦਾ ਬਰੀਫ ਨਹੀਂ ਕਰ ਰਹੀ, ਟੌਪਿਕ ਸਾਡਾ ਬਹੁਤ ਲੈਂਥੀ ਹੈ। ਕਹਿੰਦੇ ਐਜੂਕੇਸ਼ਨ ਇਜ਼ ਡਰਾਈਵਡ ਫਰੋਮ ਅ ਲੈਟਿਨ ਵਰਡ ਟੂ ਬ੍ਰਿੰਗ ਆਊਟ ਦਾ ਇੰਟੈਂਸਿਵ ਪਾਵਰ ਆਫ ਚਾਈਲਡ ਐਂਡ ਟੂ ਲੀਡ that power in right direction and to raise it। ਕਹਿੰਦਾ ਕਿ ਐਜੂਕੇਸ਼ਨ ਦਾ ਮਤਲਬ ਹੈ ਕਿ ਇਨਸਾਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ, ਹਨੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾਣਾ। ਤੇ ਜਦੋਂ ਐਜੂਕੇਸ਼ਨ ਤੇ ਸਾਈਕੋਲੋਜੀ ਦੋਨੋਂ ਮਿਲਦੇ ਹੈ, ਕਿ ਗਿਆਨ ਤੇ ਮਨੋਵਿਗਿਆਨ ਦੋਵੇਂ ਮਿਲਦੇ ਆ, ਤੇ ਫਿਰ ਸਾਡੀ ਬਣਦੀ ਹੈ ਐਜੂਕੇਸ਼ਨਲ ਸਾਈਕੋਲੋਜੀ। ਹੁਣ ਅਸੀਂ ਗੱਲ ਕਰਦੇ ਹਾਂ ਏਮ ਐਂਡ ਆਬਜੈਕਟਿਵ ਆਫ ਐਜੂਕੇਸ਼ਨਲ ਸਾਈਕੋਲੋਜੀ। ਐਜੂਕੇਸ਼ਨਲ ਸਾਈਕੋਲੋਜੀ ਦੇ ਕਹਿੰਦੇ ਏਮ ਤੇ ਆਬਜੈਕਟਿਵ ਕੀ ਹੈ।
ਇਹਦੇ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਜਿਹੜੀਆਂ ਆਬਜੈਕਟਿਵ ਉਹਦੇ ਉਦੇਸ਼ ਹੈ, ਉਹਦੇ ਕਿਰਿਆਵਾਂ ਹੈ, ਉਹਦੇ ਸਾਰਿਆਂ ਦੀ ਅਸੀਂ ਇਹ ਨੌਲੇਜ ਅੱਗੋਂ ਲੈਣੀ ਹੈ। ਹੁਣ ਗੱਲ ਕਰਦੇ ਹਾਂ ਏਮਸ ਐਂਡ ਆਬਜੈਕਟਿਵ ਆਫ ਐਜੂਕੇਸ਼ਨਲ ਸਾਈਕੋਲੋਜੀ। ਇਹਦੇ ਵਿੱਚ ਕਹਿੰਦੇ ਕਿ ਹੈ ਕਿ ਗਾਰਡਨ ਆਲਪੋਰਟ ਕੌਜ਼ਨ, one aim of education is to make available the wisdom of the past and present to that youth will be equipped to solve the problem of future। ਕਹਿੰਦੇ ਗਾਰਡਨ ਆਲਟਨ ਕੌਸ਼ਨ ਜਿਹੜਾ ਸੀ ਇੱਕ ਦਾਰਸ਼ਨਿਕ ਸੀ ਜਿਹਨੇ ਸਾਈਕੋਲੋਜੀ ਦੇ ਬਾਰੇ ਚ ਕਹਿੰਦਾ ਲਿਖਿਆ ਕਿ ਐਜੂਕੇਸ਼ਨ ਦਾ ਇੱਕ ਮਕਸਦ ਇਹ ਹੈ ਕਿ ਭਵਿੱਖ ਵਿੱਚ ਅਤੇ ਭੂਤਕਾਲ ਦੀ ਆਜ਼ਾਦੀ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਜੋ ਯੁਵਾ ਯੂਥ ਜਿਹੜਾ ਅੱਜ ਦਾ ਹੈ ਫਿਊਚਰ ਦੇ ਵਿੱਚ ਆਪਣੀਆਂ ਜਿਹੜੀਆਂ ਵੀ ਉਹਨੂੰ ਆਉਣ ਵਾਲੀਆਂ ਮੁਸ਼ਕਲਾਂ ਹੈ ਉਸ ਨੂੰ ਹੱਲ ਕਰਨ ਦੇ ਸਮਰੱਥ ਹੋ ਸਕੇ। ਮਤਲਬ ਕਿ ਉਹਦੇ ਦਿਮਾਗ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਉਹਨੂੰ ਨੌਲੇਜ ਦੇਣੀ ਹੈ ਸਾਈਕੋਲੋਜੀ ਤਰੀਕੇ ਦੇ ਨਾਲ, ਉਹਦੇ ਦਿਮਾਗ ਨੂੰ ਪੜ੍ਹਨਾ ਹੈ, ਪਰਖਣਾ ਹੈ ਤਾਂ ਕਿ ਫਿਊਚਰ 'ਚ ਜਿਹੜੀਆਂ ਵੀ ਯੂਥ ਨੂੰ ਕੋਈ ਵੀ ਪ੍ਰੋਬਲਮ ਆ ਰਹੀਆਂ ਉਸ ਨੂੰ ਉਹ ਫੇਸ ਕਰਨ ਦੇ ਕਾਬਲ ਹੋ ਸਕੇ। ਕਹਿੰਦੇ ਜਰਨਲ ਏਮ ਦੇ ਵਿੱਚ ਕਹਿੰਦਾ ਐਜੂਕੇਸ਼ਨ ਜਿਹੜਾ ਹੈ ਮਨੋਵਿਗਿਆਨ ਸਿੱਖਣਾ ਤੇ ਮੌਕੇ ਦੇ ਵਿੱਚ ਇਸ ਨੂੰ ਸਮਝ ਸਕੀਏ ਤੇ ਭਵਿੱਖ ਵਿੱਚ ਇਸ ਨੂੰ ਲਾਗੂ ਕਰ ਸਕੀਏ। ਇਹ ਜਿਹੜਾ ਜਰਨਲ ਜਿਹੜਾ ਸਾਡਾ ਏਮ ਹੈ ਤੇ ਸਿੱਖਣ ਵਾਲੀ ਕਿਰਿਆ ਵਿੱਚ ਇੱਕ ਅਧਿਆਪਕ ਤੇ ਇੱਕ ਵਿਦਿਆਰਥੀ ਕਲਾਸਰੂਮ ਵਾਤਾਵਰਨ ਜਿਹੜਾ ਹੈ ਅਤੇ ਉਹਨਾਂ ਦੇ ਵਿੱਚ ਹੋਈ ਗੱਲਬਾਤ ਦਾ ਮੁਲਾਂਕਣ ਕਰ ਸਕਣਾ, ਇਹ ਸਾਰੀਆਂ ਚੀਜ਼ਾਂ ਨੂੰ ਵੱਖਰੇ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ। ਤੇ ਜਰਨਲ ਏਮ ਦੇ ਵਿੱਚ ਕਹਿੰਦਾ ਹੈ ਕਿ ਐਜੂਕੇਸ਼ਨ ਸਾਈਕੋਲੋਜੀ ਜਿਹੜਾ ਹੈ ਇਹ ਹੈ ਕਿ ਉਹ ਇੱਕ ਦੂਸਰੇ ਦੇ ਨਾਲ ਜਿਹੜਾ ਹੈ ਐਜੂਕੇਸ਼ਨ ਦੇ ਕੰਮ ਕਰਨ ਵਾਲੇ ਤਰੀਕਿਆਂ ਦੇ ਨਾਲ ਬੜੀ ਨੇੜਤਾ ਨਾਲ ਬੱਝਿਆ ਹੁੰਦਾ ਹੈ। ਤੇ ਜਿਹੜੇ ਅੱਗੋਂ ਜੇ ਆ ਜਾਂਦੇ ਸਪੈਸੀਫਿਕ ਏਮ ਕਹਿੰਦੇ ਕਿ ਉਹਦੇ ਵਿੱਚ ਹੈਗਾ ਕਿ ਏਮ ਐਂਡ ਆਬਜੈਕਟਿਵ ਦੇ ਵਿੱਚ ਹੈ। ਆਬਜੈਕਟਿਵ ਕਹਿੰਦਾ ਕੀ ਹੈ, ਉਹਦੇ ਉਦੇਸ਼ ਕੀ ਹੈ, ਟੂ ਇਵੈਲੂਏਟ ਦਾ ਐਜੂਕੇਸ਼ਨਲ ਥਿਊਰੀ। ਕਹਿੰਦਾ ਕਿ ਐਜੂਕੇਸ਼ਨਲ ਜਿਹੜੀ ਥਿਊਰੀ ਉਹਦਾ ਮੁਲਾਂਕਣ ਕਰਨਾ, to examine educational practice and modification required, education ਦੇ ਤਰੀਕਿਆਂ ਨੂੰ ਕਿਸ ਤਰ੍ਹਾਂ ਸੁਧਾਰਿਆ ਜਾਵੇ, ਉਹ 'ਚ ਸੁਧਾਰ ਲਿਆਉਣਾ, ਫਿਰ ਉਹਦਾ ਮੁਲਾਂਕਣ ਕਰਨਾ, ਸਿੱਖਣਾ, ਪ੍ਰੇਰਨਾ, ਪ੍ਰੋਤਸਾਹਿਤ। ਉਸ ਤੋਂ ਬਾਅਦ ਕਹਿੰਦਾ ਬਣੇ ਹੋਏ ਤਰੀਕਿਆਂ ਨੂੰ ਵੱਖ-ਵੱਖ ਕਲਚਰ, ਵਾਤਾਵਰਨ ਅਤੇ ਹਾਲਾਤਾਂ ਦੇ ਮੁਤਾਬਿਕ ਜਿਹੜਾ ਉਹਦਾ ਮੁਲਾਂਕਣ ਕਰਨਾ। ਨੰਬਰ 4 ਤੇ ਕਹਿੰਦਾ ਟੂ ਪ੍ਰੋਵਾਈਡ ਮੈਥਡ ਫॉर ਰਿਸਰਚ ਸਟੱਡੀ ਐਜੂਕੇਸ਼ਨਲ ਪ੍ਰੋਬਲਮ, ਖੋਜਕਾਰਾਂ ਨੂੰ ਕਹਿੰਦੇ ਐਜੂਕੇਸ਼ਨਲ ਪ੍ਰੋਬਲਮਸ ਬਾਰੇ ਢੰਗ ਤਰੀਕੇ ਦੱਸਣੇ ਤੇ ਕਿਸੇ ਸੱਭਿਆਚਾਰ ਦੇ ਮੁਤਾਬਿਕ ਉਸ ਦੇ ਵਿਸ਼ਵਾਸ, ਕਦਰਾਂ, ਕੀਮਤਾਂ ਨੂੰ ਪ੍ਰੈਕਟੀਕਲੀ ਮੁਲਾਂਕਣ ਕਰਨਾ ਤੇ ਉਸ ਵਿੱਚ ਬਦਲਾਵ ਲਿਆਣਾ। ਇਹ ਸਾਡੇ ਜਿਹੜੇ ਆਬਜੈਕਟਿਵ ਔਰ ਏਮਸ ਹੈ ਐਜੂਕੇਸ਼ਨਲ ਸਾਈਕੋਲੋਜੀ ਦੇ, ਕਿ ਮੁਲਾਂਕਣ ਕਰਨਾ ਹੈ, ਮੋਡੀਫਾਈ ਕਰਨਾ ਹੈ, ਨਵੇਂ ਤਰੀਕੇ ਸਿੱਖਣੇ, ਸੱਭਿਆਚਾਰ ਨੂੰ ਰਿਲੇਟਡ, ਵਾਤਾਵਰਨ ਦੇ ਨਾਲ ਰਿਲੇਟਡ ਉਹਨੂੰ ਸਾਰੀ ਜਾਣਕਾਰੀ ਦੇਣੀ, ਨਵੇਂ ਮੈਥਡ ਦੱਸਣੇ ਹੈ ਔਰ ਪ੍ਰੈਕਟੀਕਲੀ ਵਰਕ ਉਹਨੂੰ ਕਰਨ ਦਾ ਦੱਸਣਾ ਹੈ, ਉਹਦੇ ਐਟੀਟਿਊਡ ਦੇ ਵਿੱਚ ਜਿਹੜਾ ਸੁਧਾਰ ਆ ਸਕੇ। ਤੇ ਅੱਗੋਂ ਅਸੀਂ ਗੱਲ ਕਰਦੇ ਹਾਂ ਨੇਚਰ ਆਫ ਐਜੂਕੇਸ਼ਨਲ ਸਾਈਕੋਲੋਜੀ। ਕਹਿੰਦੇ ਐਜੂਕੇਸ਼ਨਲ ਸਾਈਕੋਲੋਜੀ ਨੇਚਰ ਕੀ ਹੈ, ਹਰ ਕੰਮ ਦਾ ਜਿਹੜਾ ਵੀ ਕੋਈ ਵੀ ਅਸੀਂ ਕੰਮ ਕਰਦੇ ਹਾਂ ਉਹਦੇ ਉਦੇਸ਼ ਵੀ ਹੁੰਦੇ ਨੇ, ਉਹਦੇ ਏਮਸ ਵੀ ਹੁੰਦੇ ਨੇ, ਉਹਦੇ ਨੇਚਰ ਵੀ ਹੁੰਦੇ ਨੇ, ਉਹਦੇ ਸਕੋਪ ਵੀ ਹੁੰਦੇ ਨੇ ਤੇ ਉਹਦੇ ਮੈਥਡ ਵੀ ਹੁੰਦੇ ਨੇ। ਇਸੇ ਤਰ੍ਹਾਂ ਕਹਿੰਦੇ ਸਾਈਕੋਲੋਜੀ ਦਾ ਜਿਹੜਾ ਇਹ ਨੇਚਰ ਕਹਿੰਦਾ ਕੀ ਹੈ, ਇਟ ਸਟੱਡੀਜ਼ ਆਲ ਦਾ ਐਸਪੈਕਟਸ ਆਫ ਹਿਊਮਨ ਬਿਹੇਵੀਅਰ ਇਨ ਦਾ ਫੀਲਡ ਆਫ ਐਜੂਕੇਸ਼ਨ। ਗੱਲ ਕਰਦੇ ਹਾਂ ਚਾਹੇ ਉਹ ਏਮ ਹੈ, ਚਾਹੇ ਉਹ ਆਬਜੈਕਟਿਵ ਹੈ, ਚਾਹੇ ਉਹ ਨੇਚਰ ਹੈ। ਮੇਨ ਸਟੱਡੀ ਸਾਡੀ ਐਜੂਕੇਸ਼ਨਲ ਦੇ ਵਿੱਚ ਹੁੰਦੀ ਹੈ ਕਿ ਹਿਊਮਨ ਦੇ ਬਿਹੇਵੀਅਰ ਦੀ ਜਿਹੜੀ ਹੈ ਆਲ ਰਾਊਂਡਰ ਜਿਹੜੀ ਉਹਦੀ ਸਟੱਡੀ ਕਰਨਾ, ਉਹਦੇ ਦਿਮਾਗ 'ਚ ਕਿਹੜੀਆਂ ਕਿਰਿਆਵਾਂ ਚੱਲ ਰਹੀਆਂ ਉਹਨੂੰ ਅਸੀਂ ਸਟੱਡੀ ਕਰਨਾ। ਕਹਿੰਦੇ ਇਟ ਸਟੱਡੀ ਦਾ ਰੀਜ਼ਨ ਬਿਹਾਈਂਡ ਦਾ ਹਿਊਮਨ ਬਿਹੇਵੀਅਰ ਇਨ ਦਾ ਫੀਲਡ ਆਫ ਐਜੂਕੇਸ਼ਨ। ਹਿਊਮਨ ਦਾ ਜਿਹੜਾ ਬਿਹੇਵੀਅਰ ਹੈ ਉਹਦਾ ਕੀ ਕਾਰਨ ਹੈ, ਉਹਦੇ ਪਿੱਛੇ ਕੀ ਕਾਰਨ ਹੈ ਕਿ ਉਹਦਾ ਬਿਹੇਵ ਇਸ ਤਰ੍ਹਾਂ ਦਾ। ਜਿਸ ਤਰ੍ਹਾਂ ਕੋਈ ਬੱਚਾ ਸਪੋਜ਼ ਕਰੋ ਕਿ ਕਲਾਸ ਵਿੱਚ ਆਂਦਾ ਹੈ, ਉਹ ਬੜਾ ਖਿਝਿਆ ਹੈ ਜਾਂ ਹਰ ਕਿਸੇ ਦੇ ਨਾਲ ਲੜਾਈ ਕਰਦਾ ਹੈ, ਝਗੜਾ ਕਰਦਾ, ਉਹਦੇ ਪਿਛਲੀ ਬੈਕਗਰਾਉਂਡ ਨੂੰ ਜਾਣਨਾ ਕਿ ਬੱਚੇ ਦਾ ਬਿਹੇਵ ਇਸ ਤਰ੍ਹਾਂ ਦਾ ਕਿਉਂ ਹੈ, ਉਹਦੀ ਸਟੱਡੀ ਕਰਨਾ, ਉਹਦੇ ਰੀਜ਼ਨ ਨੂੰ ਦੇਖਣਾ, ਪਿਛੋਕੜ ਨੂੰ ਦੇਖਣਾ। ਫਿਰ ਕਹਿੰਦਾ ਪ੍ਰੀਡਿਕਟ ਹਿਊਮਨ ਬਿਹੇਵੀਅਰ, ਉਹਦੇ ਭਵਿੱਖ ਦੇ ਵਿੱਚ ਜਿਹੜਾ ਭਵਿੱਖਬਾਣੀ ਜਾਂ ਉਹਦੇ ਬਿਹੇਵ ਦਾ, ਹਿਊਮਨ ਦੇ ਬਿਹੇਵ ਦੀ ਜਿਹੜੀ ਪ੍ਰੀਡਿਕਟ ਹੈ ਉਹਨੂੰ ਕਰਨ ਦਾ ਜਿਹੜੇ ਨੇਚਰ ਹੈ। ਬ੍ਰਿੰਗਸ ਮੋਡੀਫਿਕੇਸ਼ਨ ਇਨ ਹਿਊਮਨ ਬਿਹੇਵੀਅਰ,
ਨਵੀਆਂ ਨਵੀਆਂ ਜਿਹੜੀਆਂ ਮੋਡੀਫਿਕੇਸ਼ਨਸ ਕਰਨੀਆਂ, ਬਿਹੇਵੀਅਰਸ ਨੂੰ ਚੇਂਜ ਕਰਨ ਵਾਸਤੇ, ਮੋਡੀਫਾਈ। ਜਿਸ ਤਰ੍ਹਾਂ ਅਸੀਂ ਇੱਕ ਸਕੂਟਰ ਲੈ ਲੈਂਦੇ ਪੁਰਾਣਾ, ਕੋਈ ਮੋਟਰਸਾਈਕਲ ਪੁਰਾਣਾ ਲੈ ਲੈਂਦੇ, ਉਹਨੂੰ ਅਸੀਂ ਨਵੀਂ ਟੈਕਨੀਕ ਦੇ ਨਾਲ ਉਹਦੀ ਸਾਰੀ ਬੋਡੀ ਨੂੰ ਚੇਂਜ ਕਰ ਦਿੰਦੇ ਆ। ਉਹਦੇ ਬੋਡੀ ਚੇਂਜ ਹੋਣ ਦੇ ਨਾਲ ਉਹਨੂੰ ਮੋਡੀਫਾਈ ਕਰਤਾ। ਮਤਲਬ ਇਸੇ ਤਰ੍ਹਾਂ ਹੀ ਅਸੀਂ ਇਨਸਾਨ ਦੇ ਬਿਹੇਵ ਦੇ ਵਿੱਚ ਵੀ ਅਸੀਂ ਮੋਡੀਫਿਕੇਸ਼ਨ ਲਿਆ ਸਕਦੇ ਹਾਂ, ਉਹਦੇ ਬਿਹੇਵ ਨੂੰ ਚੇਂਜ ਕਰ ਸਕਦੇ ਹਾਂ, ਉਹਦੀ ਸੋਚਣ ਸ਼ਕਤੀ ਨੂੰ ਚੇਂਜ ਕਰ ਸਕਦੇ ਹਾਂ, ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਦੇ ਵਿੱਚ ਅਸੀਂ ਬਦਲ ਸਕਦੇ ਹਾਂ। ਕਿਸੇ ਦੇ ਇਨਸਾਨ ਦੇ ਵਿੱਚ ਕਈ ਵਾਰੀ ਬਹੁਤ ਨੈਗੇਟਿਵਿਟੀ ਹੁੰਦੀ ਹੈ, ਉਹ ਹਰ ਗੱਲ ਦੇ ਵਿੱਚ ਨੈਗੇਟਿਵ ਸੋਚਦਾ ਹੈ, ਮੈਂ ਗਲਤ ਆ, ਮੇਰੇ ਨਾਲ ਹੀ ਏਦਾਂ ਹੁੰਦਾ ਹੈ, ਮੇਰੇ ਨਾਲ ਏਦਾਂ ਕਿਉਂ ਹੁੰਦਾ ਹੈ, ਹੋਰ ਕਿਸੇ ਨਾਲ ਕਿਉਂ ਨਹੀਂ ਹੁੰਦਾ। ਉਹਨੂੰ ਸਮਝਾਉਣਾ, ਉਹਦੇ ਦਿਮਾਗ ਚੋਂ ਨੈਗੇਟਿਵਿਟੀ ਵਾਲੀਆਂ ਗੱਲਾਂ ਨੂੰ ਕੱਢਣਾ, ਉਹਦੇ ਵਿੱਚ ਚੰਗੀਆਂ ਗੱਲਾਂ ਪਾਉਣੀਆਂ ਤਾਂ ਕਿ ਉਹਦੀ ਜਿਹੜੀ ਸੋਚ ਹੈ ਪੋਜ਼ਿਟਿਵ ਹੋਵੇ। ਇਹ ਸਾਰੀ ਇੱਕ ਸਟੱਡੀ ਹੈ, ਸਾਈਕੋਲੋਜੀ, ਮਨ ਦੀ ਸਟੱਡੀ ਹੈ, ਵਿਗਿਆਨ ਹੈ, ਇੱਕ ਸਾਇੰਸ ਹੈ। ਐਜੂਕੇਸ਼ਨ, ਉਹਨੂੰ ਸਿੱਖਣਾ, ਉਹਨੂੰ ਸਿਖਾਉਣਾ। ਉਹ ਤੋਂ ਕਹਿੰਦਾ ਇਟ ਇਜ਼ ਕੰਸਰਨਡ ਬਾय ਵੇਰੀਅਸ ਮੈਥਡ। ਕਹਿੰਦੇ ਇਹਨੂੰ ਸਮਝਣ ਵਾਸਤੇ ਨਵੇਂ ਨਵੇਂ ਮੈਥਡਸ ਆ, ਵੇਰੀਅਸ ਕਈ ਟਾਈਪ ਦੇ ਮੈਥਡ ਆ। ਆਬਜ਼ਰਵੇਸ਼ਨ ਆ, ਉਹਨੂੰ ਪਰਖਣਾ, ਉਹਨੂੰ ਜਾਂਚਣਾ, ਆਬਜ਼ਰਵ ਕਰਨਾ, ਐਕਸਪੈਰੀਮੈਂਟ ਕਰਨਾ, ਕੇਸ ਸਟੱਡੀ ਕਰਨਾ, ਉਹਦੇ ਤੇ ਪ੍ਰੈਕਟੀਕਲ ਕਰਨਾ, ਉਹਦੀ ਸਾਰੀ ਬੈਕਗਰਾਉਂਡ ਹਿਸਟਰੀ ਨੂੰ ਜਾਣਨਾ। ਇਹ ਸਾਰੀ ਇੱਕ ਨੇਚਰ ਹੈ ਐਜੂਕੇਸ਼ਨਲ ਸਾਈਕੋਲੋਜੀ। ਕਹਿੰਦਾ ਇਟ ਇਜ਼ ਆਲਸੋ ਕੰਸਰਨਡ ਵਿਦ ਸਕੋਲਰਲੀ ਡਿਸਿਪਲਿਨ, ਸਾਇੰਸ ਐਂਡ ਬਿਹੇਵੀਅਰ। ਕਹਿੰਦਾ ਕਿ ਜਿਹੜੀ ਕੰਸਰਨ ਹੈ ਅਨੁਸ਼ਾਸਨ ਦੇ ਨਾਲ, ਸਾਇੰਸ ਦੇ ਨਾਲ, ਬਿਹੇਵ ਦੇ ਨਾਲ, ਉਹਦੇ ਵਿਵਹਾਰ ਦੇ ਨਾਲ, ਜਿਹਦੇ ਵਿੱਚ ਇਹ ਨੇਚਰ ਹੈ ਕਿ ਐਜੂਕੇਸ਼ਨਲ ਸਾਈਕੋਲੋਜੀ ਵਿੱਚ ਕੀ ਹੁੰਦਾ ਹੈ। ਹੁਣ ਅਗਲੀ ਸਲਾਈਡ ਵਿੱਚ ਅਸੀਂ ਡਿਸਕਸ ਕਰ ਰਹੇ ਹਾਂ ਨੇਚਰ ਆਫ ਐਜੂਕੇਸ਼ਨਲ ਸਾਈਕੋਲੋਜੀ। ਹੁਣ ਐਜੂਕੇਸ਼ਨਲ ਸਾਈਕੋਲੋਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਅਲੱਗ-ਅਲੱਗ ਤਰੀਕਿਆਂ ਦੇ ਜਿਹੜੀ ਉਹਦੀ ਟੈਕਨੀਕਸ ਆ, ਉਹਦੀ ਨੇਚਰ ਹੈ, ਉਹਦਾ ਸੁਭਾਅ ਹੈ। ਕਹਿੰਦੇ ਕੀ ਹੈ ਕਿ ਪੋਜ਼ਿਟਿਵ ਸਾਇੰਸ ਹੈ ਐਜੂਕੇਸ਼ਨ, ਇੱਕ ਨੇਚਰ ਉਹਦੀ ਜਿਹੜੀ ਹੈ ਪੋਜ਼ਿਟਿਵ ਸਾਇੰਸ ਹੈ ਕਿ ਅਸੀਂ ਮਨੁੱਖ ਦੇ ਵਿੱਚ ਨੈਗੇਟਿਵਿਟੀ ਨੂੰ ਬਾਹਰ ਕੱਢਣਾ ਹੈ, ਉਹਦੇ ਚ ਪੋਜ਼ਿਟਿਵ ਐਟੀਟਿਊਡ, ਪੋਜ਼ਿਟਿਵ ਗੱਲਾਂ ਨੂੰ ਭਰਨਾ ਹੈ। ਸੈਕਿੰਡ ਹੈਗਾ ਅਪਲਾਈਡ ਸਾਇੰਸ। ਜੋ ਵੀ ਤੁਸੀਂ ਸੋਚਿਆ ਹੈ, ਜੋ ਵੀ ਤੁਸੀਂ ਕੀਤਾ ਹੈ, ਜਾਂ ਜੋ ਵੀ ਤੁਸੀਂ ਕਰਨਾ ਹੈ, ਉਹਨੂੰ ਉਸ ਚੀਜ਼ ਤੇ ਅਪਲਾਈ ਕਰਨਾ, ਅਪਲਾਈ ਕਰਕੇ ਉਹਦੇ ਤੇ ਐਕਸਪੈਰੀਮੈਂਟ ਕਰਨਾ। ਇਹ ਇੱਕ ਅਪਲਾਈਡ ਸਾਇੰਸ ਵੀ ਹੈ। ਕਹਿੰਦੇ ਕਿ ਉਹਦੇ ਹਾਲਾਤਾਂ ਨੂੰ ਸਮਝਣ ਤੇ ਵਿਦਿਆਰਥੀ ਦੇ ਜਿਹੜਾ ਵਿਵਹਾਰ ਹੈ ਉਹਦਾ ਅਧਿਐਨ ਕਰਨਾ। ਉਸ ਤੋਂ ਬਾਅਦ ਕਹਿੰਦੇ ਪ੍ਰੈਕਟੀਕਲ ਸਾਇੰਸ ਹੈ। ਨੇਚਰ ਜਿਹੜੀ ਹੈ ਇੱਕ ਪ੍ਰੈਕਟੀਕਲ ਸਾਇੰਸ ਹੈ ਕਿ ਜੋ ਵੀ ਅਸੀਂ ਅਪਲਾਈਡ ਕੀਤਾ ਉਹਨੂੰ ਪ੍ਰੈਕਟੀਕਲ ਕਰਕੇ ਦੇਖਣਾ। ਜਿਸ ਤਰ੍ਹਾਂ ਹੁਣ ਸਪੋਜ਼ ਕਰੋ ਕਿ ਅਸੀਂ ਥਿਊਰੀ ਪੜ੍ਹਦੇ ਹਾਂ, ਮੇਰਾ ਪ੍ਰੋਜੈਕਟ ਹੈਗਾ ਹੈ ਇੱਕ ਫਰਾਕ ਬਣਾਉਣੀ ਹੈ, ਜਾਂ ਕੋਈ ਅਸੀਂ ਮਸ਼ੀਨ ਤਿਆਰ ਕਰਨੀ ਹੈ, ਉਹਦੀ ਅਸੀਂ ਥਿਊਰੀ ਪੜ੍ਹੀ ਹੈ, ਥਿਊਰੀ ਪੜ੍ਹ ਲਈ, ਸਿਰਫ ਸਹੀ ਥਿਊਰੀ ਪੜ੍ਹ ਲਈ ਕਿ ਮਸ਼ੀਨ ਦੇ ਲਈ ਅਸੀਂ ਇੱਕ ਲੇਥ ਮਸ਼ੀਨ ਬਣਾਉਣੀ ਆ, ਲੇਥ ਮਸ਼ੀਨ ਬਣਾਉਣ ਲਈ ਸਾਨੂੰ ਬੈੱਡ ਚਾਹੀਦਾ ਹੈ, ਉਹਦੇ ਜਿਹੜੇ ਟੂਲਸ ਚਾਹੀਦੇ, ਉਹਦੇ ਪੁਰਜੇ ਚਾਹੀਦੇ, ਪਾਨਾ ਚਾਹੀਦਾ, ਪਲਾਸ ਚਾਹੀਦਾ, ਜੋ ਵੀ ਸਾਨੂੰ ਚਾਹੀਦਾ ਹੈ, ਉਹ ਤੇ ਅਸੀਂ ਇੱਕ ਥਿਊਰੀ ਦੇ ਵਿੱਚ ਅਸੀਂ ਦੇਖ ਲਿਆ। ਲੇਕਿਨ ਜਿੰਨੀ ਦੇਰ ਤੱਕ ਉਸ ਚੀਜ਼ ਨੂੰ ਅਸੀਂ ਅਪਲਾਈ ਨਹੀਂ ਕਰਦੇ, ਪ੍ਰੈਕਟੀਕਲ ਵਰਕ ਦੇ ਉੱਤੇ ਕੰਮ ਨਹੀਂ ਕਰਦੇ, ਉਸ ਮਸ਼ੀਨ ਨੂੰ, ਬੈੱਡ ਨੂੰ ਕਿਸ ਤਰ੍ਹਾਂ ਬਣਾਉਣਾ ਹੈ। ਜੇ ਫਰਾਕ ਬਣਾਉਣੀ ਹੈ, ਫਰਾਕ ਅਸੀਂ ਬਣੀ ਦੇਖ ਲਈ ਹੈ, ਉਹਨੂੰ ਪਤਾ ਹੈ ਕਿ ਇਹਨੂੰ ਬਾਡੀ ਲੱਗਣੀ ਹੈ, ਇਹਨੂੰ ਬਾਹਾਂ ਲੱਗਣੀਆਂ, ਇਹਨੂੰ ਲੈਸ ਲੱਗਣੀ ਹੈ, ਰੀਬਨ ਲੱਗਣਾ, ਇਹਦੇ ਲਈ ਕੈਂਚੀ ਚਾਹੀਦੀ ਹੈ, ਸਾਨੂੰ ਸਕੇਲ ਚਾਹੀਦਾ ਹੈ। ਬਟ ਜਿੰਨੀ ਦੇਰ ਤੱਕ ਉਸ ਚੀਜ਼ ਨੂੰ ਅਸੀਂ ਪ੍ਰੈਕਟੀਕਲੀ ਨਹੀਂ ਕਰਦੇ, ਅਪਲਾਈ ਨਹੀਂ ਕਰਦੇ, ਉਨੀ ਦੇਰ ਤੱਕ ਸਾਨੂੰ ਪਤਾ ਹੀ ਨਹੀਂ ਕਿ ਫਰਾਕ ਬਣਨੀ ਕਿੱਦਾਂ ਹੈ, ਉਹ ਲੇਥ ਮਸ਼ੀਨ ਬਣਨੀ ਕਿੱਦਾਂ ਹੈ। ਇਸ ਸਾਰੀ ਚੀਜ਼ਾਂ ਨੂੰ ਇੱਕ ਨੇਚਰ ਹੈ ਕਿ ਜੋ ਤੁਸੀਂ ਪੋਜ਼ਿਟਿਵਿਟੀ ਕੀਤੀ ਹੈ ਉਹਨੂੰ ਅਪਲਾਈ ਕਰੋ, ਉਹਨੂੰ ਪ੍ਰੈਕਟੀਕਲ ਕਰਕੇ ਵੇਖੋ। ਕਹਿੰਦੇ ਨੇਚਰ ਕੀ ਹੈ ਐਜੂਕੇਸ਼ਨਲ ਸਾਇੰਸ, ਇੱਕ ਸਿੱਖਿਆ, ਸਿੱਖਣ ਦੀ ਜਿਹੜੀ ਸਾਇੰਸ ਹੈ, ਐਜੂਕੇਸ਼ਨ ਨੂੰ ਸਿਖਾਉਣਾ, ਬੱਚੇ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ, ਇਹ ਵੀ ਇੱਕ ਸਾਇੰਸ ਹੈ, ਨੇਚਰ ਹੈ। ਉਸ ਤੋਂ ਬਾਅਦ ਸੋਸ਼ਲ ਸਾਇੰਸ ਹੈ, ਸਮਾਜ ਦੇ ਨਾਲ ਜਿਹੜਾ ਵਿਚਰਨ ਦੀ ਵੀ ਇੱਕ ਸਾਇੰਸ ਹੈ। ਮਨੁੱਖ ਨੂੰ, ਸਟੂਡੈਂਟਸ ਨੂੰ, ਟ੍ਰੇਨੀ ਨੂੰ ਇਹ ਦੱਸਣਾ ਕਿ ਤੁਸੀਂ ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਸਮਾਜ ਦੇ ਵਿੱਚ ਕਿਸ ਤਰ੍ਹਾਂ ਜੀਣਾ ਹੈ। ਇਹ ਸਾਰਾ ਚੀਜ਼ਾਂ ਜਿੰਨੀ ਦੇਰ ਤੱਕ ਤੁਸੀਂ ਬੱਚੇ ਦੇ ਨੇਚਰ ਦੇ ਵਿੱਚ, ਉਹਦੇ ਦਿਮਾਗ ਦੇ ਵਿੱਚ ਨਹੀਂ ਬਿਠਾਓਗੇ, ਉਹਨੂੰ ਨਹੀਂ ਪਤਾ ਲੱਗੇਗਾ ਕਿ ਮੈਂ ਸਮਾਜ 'ਚ ਕਿਸ ਤਰ੍ਹਾਂ ਵਿਚਰਨਾ। ਹੁਣ ਕਈ ਬੱਚੇ ਇੰਨੇ ਇੰਟੈਲੀਜੈਂਟ ਹੁੰਦੇ ਆ, ਲੇਕਿਨ ਉਹ ਸਿਰਫ ਕਿਤਾਬੀ ਕੀੜੇ ਹੁੰਦੇ, ਉਹਨਾਂ ਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਹੁੰਦਾ, ਕਿਸੇ ਚਾਰ ਬੰਦਿਆਂ 'ਚ ਖਲੋ ਕੇ ਉਹਨਾਂ ਨੂੰ ਗੱਲ ਕਰਨ ਦਾ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਗੱਲ ਕਰਨੀ ਹੈ। ਬੱਚਿਆਂ ਨੂੰ ਇਹ ਸਭ ਚੀਜ਼ਾਂ ਲਈ ਅਸੀਂ ਟ੍ਰੇਨਡ ਕਰਨਾ ਹੈ, ਉਹਨਾਂ ਨੂੰ ਗਰੁੱਪ ਡਿਸਕਸ਼ਨ ਲਈ ਟ੍ਰੇਨਡ ਕਰਨਾ ਹੈ, ਉਹਨਾਂ ਦੇ ਵਿੱਚ ਅਸੀਂ ਟੈਲੈਂਟ ਲਿਆਉਣਾ ਹੈ, ਉਹਨਾਂ ਦੇ ਵਿੱਚ ਕੌਨਫੀਡੈਂਸ ਲੈਵਲ ਉਹਨਾਂ 'ਚ ਭਰਨਾ ਹੈ। ਇਹ ਜਿਹੜੀ ਸੋਸ਼ਲ ਸਾਇੰਸ, ਸਪੈਸੀਫਿਕ ਸਾਇੰਸ, ਕਿਸੇ ਸਪੈਸ਼ਲ ਚੀਜ਼ ਦੇ ਨਾਲ ਉਹਨਾਂ ਨੂੰ ਜਿਹੜਾ ਵਿਗਿਆਨ ਦੇ ਤਰੀਕਿਆਂ ਦੇ ਨਾਲ ਉਹਨੂੰ ਸਪੈਸੀਫਾਈ ਕਰਨਾ, ਸਹੀ ਤਰੀਕੇ ਨਾਲ ਉਹਨਾਂ ਨੂੰ ਗਾਈਡੈਂਸ ਦੇਣੀ ਤਾਂ ਕਿ ਉਹਨਾਂ ਦੇ ਓਵਰਆਲ ਡਿਵੈਲਪਮੈਂਟ ਹੋਏ, ਉਹਨਾਂ ਦੇ ਮਨ ਦੀ ਵੀ ਡਿਵੈਲਪਮੈਂਟ ਹੋਵੇ, ਸਰੀਰ ਦੀ ਵੀ ਡਿਵੈਲਪਮੈਂਟ ਹੋਵੇ, ਸੋਚਣ ਸ਼ਕਤੀ ਦੀ ਵੀ ਡਿਵੈਲਪਮੈਂਟ ਹੋਵੇ, ਵਿਚਾਰਾਂ ਦੀ ਵੀ ਡਿਵੈਲਪਮੈਂਟ ਹੋਵੇ, ਔਰ ਹਰ ਤਰ੍ਹਾਂ ਦੀ ਕਲਚਰ ਡਿਵੈਲਪਮੈਂਟ ਹੋਵੇ। ਹਰ ਤਰ੍ਹਾਂ ਦੀ ਡਿਵੈਲਪਮੈਂਟ ਜਿਹੜੀ ਹੈ ਇਹ ਸਾਇੰਸ ਹੈ। ਮਤਲਬ ਕਿ ਇੱਕ ਸਾਇੰਸ ਹੈ, ਇੱਕ ਵਿਗਿਆਨ ਹੈ, ਇੱਕ ਭੌਤਿਕ ਵਿਗਿਆਨ ਹੈ, ਇੱਕ ਕੈਮਿਸਟਰੀ ਰਸਾਇਣ ਵਿਗਿਆਨ ਹੈ, ਇੱਕ ਬਾਇਓਲੋਜੀ ਵਿਗਿਆਨ ਹੈ। ਇਸੇ ਤਰ੍ਹਾਂ ਹੀ ਜਿਹੜਾ
ਸਾਈਕੋਲੋਜੀ ਇਹ ਸਾਡੇ ਮਨ ਦਾ ਵਿਗਿਆਨ ਹੈ, ਮਨ ਦੀ ਸਾਇੰਸ ਹੈ, ਮਨ ਨੂੰ ਪਰਖਣਾ ਹੈ, ਆਤਮਾ ਨੂੰ ਪਰਖਣਾ ਹੈ। ਅੱਗੋਂ ਕਹਿੰਦਾ ਅਕੈਡੈਮਿਕ ਸਾਇੰਸ। ਅਕੈਡੈਮਿਕ ਤੁਹਾਨੂੰ ਪਤਾ ਹੀ ਹੈ ਕਿ ਸਟੱਡੀ ਦੇ ਨਾਲ ਰਿਲੇਟਡ ਕੋਈ ਕਾਲਜ, ਸਕੂਲ, ਯੂਨੀਵਰਸਿਟੀ ਜਿੱਥੇ ਅਸੀਂ ਸਟੱਡੀ ਲੈਂਦੇ ਆ, ਉਹਦੀ ਸਾਇੰਸ ਹੈ ਕਿ ਕਿਸ ਤਰ੍ਹਾਂ ਬੱਚੇ ਨੂੰ ਸਟੱਡੀ ਦੇਣੀ ਆ। ਕਈ ਵਾਰੀ ਕਈ ਬੱਚੇ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਆ ਜਾਂਦੇ ਆ ਜਿਹੜੇ ਕਿ ਅਲੱਗ ਚਾਈਲਡ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਸਪੈਸ਼ਲ ਚਾਈਲਡ ਕਹਿ ਦਿੰਦੇ ਆ। ਉਹਨਾਂ ਨੂੰ ਪਰਖਣਾ, ਉਹਨਾਂ ਦੀ ਸਿਚੁਏਸ਼ਨ ਨੂੰ ਦੇਖਣਾ, ਉਹਨਾਂ ਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਸਟੱਡੀ ਦੇਣਾ, ਪੜ੍ਹਾਉਣਾ। ਉਹ ਅਕੈਡੈਮਿਕ ਸਾਇੰਸ ਹੈ ਕਿ ਇਹਦੇ ਵਿੱਚ ਤੁਸੀਂ ਸਾਰਾ ਦੇਖਣਾ ਕਿ ਤੁਸੀਂ ਬੱਚੇ ਨੂੰ ਕਿਸ ਤਰ੍ਹਾਂ ਨੌਲੇਜ ਦੇਣੀ ਹੈ। ਉਸ ਤੋਂ ਬਾਅਦ ਸਾਇੰਟੀਫਿਕ ਅਪਰੋਚ ਹੈ। ਇਹਦੇ ਇੱਕ ਸਾਇੰਟੀਫਿਕ ਅਪਰੋਚ ਹੈ ਜਿਹਦੇ ਵਿੱਚ ਵਿਗਿਆਨਕ ਤੌਰ ਤੇ ਬੱਚੇ ਦੇ ਵਿੱਚ ਮਤਲਬ ਕੋਈ ਵੀ ਇਹੋ ਜਿਹੀ ਗਤੀਵਿਧੀ ਜਾਂ ਕੋਈ ਵੀ ਇਹੋ ਜਿਹੀ, ਜਿਸ ਤਰ੍ਹਾਂ ਕਹਿ ਦਿੰਦੇ ਨਾ ਅਸੀਂ ਅੰਧ ਵਿਸ਼ਵਾਸ ਵਾਲੀਆਂ ਕੋਈ ਗੱਲਾਂ ਨਹੀਂ ਪਾਣੀਆਂ। ਵਿਗਿਆਨਕ ਤੌਰ ਤੇ ਰੀਅਲ ਅਪਰੋਚ ਉਹਨਾਂ ਨੂੰ ਕਰਨੀ ਹੈ, ਰੀਅਲ ਦੱਸਣਾ ਹੈ, ਜ਼ਿੰਦਗੀ ਦੀ ਸੱਚਾਈ ਦੱਸਣੀ ਹੈ, ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦੇਣੀ ਹੈ। ਇੱਕ ਸਾਇੰਟੀਫਿਕ ਅਪਰੋਚ ਹੈ, ਸਹੀ ਦਿਸ਼ਾ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਣਾ। ਇਹ ਨੇਚਰ ਆਫ ਐਜੂਕੇਸ਼ਨਲ ਸਾਈਕੋਲੋਜੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਐਜੂਕੇਸ਼ਨਲ ਸਾਈਕੋਲੋਜੀ ਦੇ ਵਿੱਚ ਪਿਓਰ ਸਾਈਕੋਲੋਜੀ ਤੇ ਅਪਲਾਈਡ ਸਾਈਕੋਲੋਜੀ। ਪਿਓਰ ਸਾਈਕੋਲੋਜੀ ਕਹਿੰਦੇ ਕੀ ਆ? ਕਹਿੰਦੇ ਇਟ ਇਜ਼ ਅ ਥਿਓਰੈਟੀਕਲ ਸਾਇੰਸ ਐਂਡ ਇਟ ਏਮ ਟੂ ਐਕਸਟੈਂਡ ਦਾ ਇੰਪਰੂਵ ਹਿਊਮਨ ਨੌਲੇਜ। ਕਹਿੰਦੇ ਇਹ ਇੱਕ ਥਿਓਰੈਟੀਕਲ ਸਾਇੰਸ ਹੈ ਜੋ ਕਿ ਮਨੁੱਖ ਦੀ ਨੌਲੇਜ ਦੀ ਗਿਆਨ ਚ ਵਾਧਾ ਕਰਨ ਦਾ ਮਕਸਦ ਹੈ। ਤੇ ਸੈਕਿੰਡ ਅਪਲਾਈਡ ਸਾਇੰਸ ਸਾਈਕੋਲੋਜੀ ਕਹਿੰਦਾ ਇਟ ਇਜ਼ ਅ ਪ੍ਰੈਕਟੀਕਲ ਸਾਇੰਸ। ਉਹ ਜਿਸ ਤਰ੍ਹਾਂ ਪਿੱਛੇ ਮੈਂ ਦੱਸਿਆ ਕਿ ਜਿੰਨੀ ਦੇਰ ਤੱਕ ਤੁਸੀਂ ਪ੍ਰੈਕਟੀਕਲ ਨਹੀਂ ਕਰੋਗੇ ਉਸ ਚੀਜ਼ ਦਾ ਉਹਨੂੰ ਪਤਾ ਨਹੀਂ ਚੱਲੇਗਾ, ਜਿਸ ਦਾ ਮਕਸਦ ਹੈ ਕਿ ਉਹ ਇਨਸਾਨੀ ਜ਼ਿੰਦਗੀ ਅਤੇ ਉਸਦੇ ਵਿਵਹਾਰ ਦੇ ਹਾਲਾਤਾਂ ਵਿੱਚ ਵਾਧਾ ਕਰਨਾ ਤੇ ਇੰਪਰੂਵ ਕਰਨਾ, ਸੁਧਾਰ ਕਰਨਾ। ਲਾਈਫ ਐਂਡ ਕੰਡਕਟ ਕਹਿੰਦੇ ਕਿ ਉਹਦੇ ਇੰਪਰੂਵਮੈਂਟ ਲਿਆਉਣੀ, ਉਹਨੂੰ ਅਪਲਾਈ ਕਰਨਾ। ਉਹ ਜਿਹੜੀ ਐਜੂਕੇਸ਼ਨਲ ਸਾਈਕੋਲੋਜੀ ਹੈ, ਇਹ ਬ੍ਰਾਂਚਿਸ ਦੀਆਂ ਟਾਈਪ ਸੀ, ਪਿਓਰ ਐਂਡ ਅਪਲਾਈਡ ਸਾਇੰਸ। ਹੁਣ ਕਹਿੰਦੇ ਪਿਓਰ ਸਾਇੰਸ ਵਿੱਚ ਕੀ ਆਉਂਦਾ ਹੈ? ਪਿਓਰ ਸਾਇੰਸ ਵਿੱਚ ਆਉਂਦਾ ਹੈ ਜਰਨਲ ਸਾਈਕੋਲੋਜੀ। ਜਰਨਲ ਸਾਈਕੋਲੋਜੀ ਦੇ ਵਿੱਚ ਜਿਹੜੀ ਕਿ ਆਮ ਜਿਹੜੀ ਸਧਾਰਨ ਸਾਈਕੋਲੋਜੀ ਹੁੰਦੀ ਹੈ, ਜਿਹੜੀ ਨਾਰਮਲ, ਤੇ ਇੱਕ ਅਬਨੋਰਮਲ ਸਾਈਕੋਲੋਜੀ। ਨਾਰਮਲ ਉਹ ਹੁੰਦੀ ਕਿ ਜਿਹੜੇ ਸਧਾਰਨ ਬੱਚੇ, ਸਿੰਪਲ ਸਾਡੀ ਕਲਾਸ 'ਚ ਨਾਰਮਲ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ, ਜਿਨ੍ਹਾਂ ਦੀ ਉਹਨਾਂ ਦੀ ਸਾਈਕੋਲੋਜੀ। ਅਬਨੋਰਮਲ ਹੁੰਦੀ ਕਿ ਜਿਹੜੇ ਬੱਚੇ ਥੋੜੇ ਮੰਦਬੁੱਧੀ ਹੁੰਦੇ ਆ ਜਾਂ ਕੋਈ ਗੂੰਗੇ ਬੋਲੇ ਹੁੰਦੇ ਆ, ਇਸ ਤਰ੍ਹਾਂ ਦੇ ਜਿਹੜੇ ਬੱਚੇ ਹੁੰਦੇ ਆ, ਉਹਨਾਂ ਦੀ ਜਿਹੜੀ ਸਾਈਕੋਲੋਜੀ। ਫਿਰ ਕਹਿੰਦਾ ਪਿਓਰ ਸਾਈਕੋਲੋਜੀ ਵਿੱਚ ਆ ਜਾਂਦੀ ਸੋਸ਼ਲ ਸਾਈਕੋਲੋਜੀ, ਸਮਾਜਿਕ ਜਿਹੜੀ ਸਾਈਕੋਲੋਜੀ, ਉਹਦੇ ਬਾਰੇ ਜਾਣਕਾਰੀ ਦੇਣਾ। ਐਕਸਪੈਰੀਮੈਂਟਲ ਕੋਈ ਪ੍ਰਯੋਗ ਕਰਕੇ ਬੱਚਿਆਂ ਨੂੰ ਉਹਦੇ ਬਾਰੇ ਸਮਝਾਉਣਾ, ਉਹਦੀ ਸਾਈਕੋਲੋਜੀ। ਕਿ ਕਿਸੇ ਬੱਚੇ ਤੇ ਕੋਈ ਐਕਸਪੈਰੀਮੈਂਟ ਕਰਨਾ, ਕਿ ਸਪੋਜ਼ ਕਰੋ ਕਿ ਅਸੀਂ ਕਿਸੇ ਬੱਚੇ ਨੂੰ ਸਮਝਾਉਂਦੇ ਆ ਕਿ ਬੇਟਾ ਵੀ ਇਹ ਚੀਜ਼ ਤੁਸੀਂ ਨਾ ਇਸ ਤਰ੍ਹਾਂ ਕਰਨੀ ਆ। ਅਸੀਂ ਦੇਖਣਾ, ਉਹਨੂੰ ਚੈੱਕ ਕਰਨਾ ਕਿ ਜੋ ਮੈਂ ਇਹਨੂੰ ਸਮਝਾਇਆ, 2 ਦਿਨ ਸਮਝਾਇਆ, 3 ਦਿਨ ਸਮਝਾਇਆ, ਕੀ ਉਹਦੇ ਤੇ ਉਸ ਚੀਜ਼ ਦਾ ਅਸਰ ਹੋ ਰਿਹਾ। ਐਕਸਪੈਰੀਮੈਂਟ ਕਰਨਾ ਸਟੂਡੈਂਟ ਦੇ ਉੱਤੇ, ਜਿਸ ਤਰ੍ਹਾਂ ਅਸੀਂ ਮਸ਼ੀਨਾਂ ਦਾ ਐਕਸਪੈਰੀਮੈਂਟ ਕਰਦੇ ਹਾਂ, ਕਿਸੇ ਪ੍ਰੈਕਟੀਕਲ ਪ੍ਰਯੋਗ ਕਰਦੇ ਹਾਂ, ਕੋਈ ਕੈਮੀਕਲ ਰਿਐਕਸ਼ਨ ਪਾਉਂਦੇ ਆ। ਜਿਸ ਤਰ੍ਹਾਂ ਹੁਣ COVID-19 ਵਾਸਤੇ ਨਵੇਂ ਐਕਸਪੈਰੀਮੈਂਟ ਹੋ ਰਹੇ ਆ, ਦਵਾਈ ਬਣਨ ਵਾਸਤੇ ਨਵੀਆਂ ਖੋਜਾਂ ਹੋ ਰਹੀਆਂ ਹੈ, ਇੱਕ ਐਕਸਪੈਰੀਮੈਂਟ ਹੋ ਰਿਹਾ ਉਹਨੂੰ ਪ੍ਰੂਵ ਕਰਨ ਵਾਸਤੇ ਮੈਡੀਸਨ ਨੂੰ। ਇਸੇ ਤਰ੍ਹਾਂ ਹੀ ਜੋ ਤੁਸੀਂ ਬੱਚੇ ਦੇ ਵਿਵਹਾਰ ਦੀ ਸਾਇੰਸ ਨੂੰ ਤੁਸੀਂ ਸਮਝਿਆ ਹੈ, ਉਹਨੂੰ ਦੱਸਿਆ ਹੈ, ਉਹਨੂੰ ਜਾਂਚਿਆ ਹੈ ਕਿ ਇਸ ਬੱਚੇ ਦੀ ਨੌਲੇਜ ਵਿੱਚ, ਇਹਦੇ ਬੱਚੇ ਦੇ ਵਿਵਹਾਰ ਵਿੱਚ ਇਹ ਕਮੀ ਕਿਉਂ ਹੈ, ਉਹਨੂੰ ਪਰਖਣ ਵਾਸਤੇ ਜਦੋਂ ਅਸੀਂ ਚੇਂਜ ਕਰਨ ਵਾਸਤੇ ਕੋਈ ਤਜਰਬਾ ਕਰਦੇ ਹਾਂ, ਉਹ ਇੱਕ ਐਜੂਕੇਸ਼ਨਲ ਐਕਸਪੈਰੀਮੈਂਟਲ ਸਾਈਕੋਲੋਜੀ ਹੁੰਦੀ ਹੈ। ਉਸ ਤੋਂ ਬਾਅਦ ਹੈਗੀ ਆ ਸਾਈਕੋਲੋਜੀ, ਜਿਹੜੀ ਕਿ ਬੱਚੇ ਦੇ ਸਰੀਰਕ ਵਿਕਾਸ ਦੇ ਨਾਲ ਸੰਬੰਧਿਤ ਸਾਈਕੋਲੋਜੀ ਹੁੰਦੀ ਹੈ, ਜਿਹਦੇ ਵਿੱਚ ਤੁਸੀਂ ਬੱਚੇ ਨੂੰ ਖੇਡਣ ਵਾਸਤੇ ਪ੍ਰੇਰਿਤ ਕਰਨਾ ਹੈ, ਉਹਦੀ ਸਰੀਰਕ ਦੀ ਜਿਹੜੇ ਕੋਈ ਦੁਰਬਲਤਾ ਹੈ ਉਹਨੂੰ ਦੂਰ ਕਰਨ ਵਾਸਤੇ ਤੁਸੀਂ ਉਹਨੂੰ ਪ੍ਰੇਰਿਤ ਕਰਨਾ ਹੈ। ਉਸ ਚੀਜ਼ ਦੀ ਸਟੱਡੀ ਕਰਨੀ ਹੈ ਕਿ ਇਸ ਬੱਚੇ ਨੂੰ ਅਸੀਂ ਦੌੜਨ ਵਾਲੇ ਪਾਸੇ ਲਾਵਾਂਗੇ, ਦੀ ਹਾਈਟ ਛੋਟੀ, ਇਹਨੂੰ ਲਮਕਣ ਵਾਸਤੇ ਕਵਾਂਗੇ, ਲਟਕ ਤੇਰੀ ਹਾਈਟ ਲੰਬੀ ਹੋ ਜਾਏਗੀ। ਉਸ ਤੋਂ ਬਾਅਦ ਕਹਿੰਦਾ ਪੈਰਾਸਾਈਕੋਲੋਜੀ ਵੀ ਜਿਹੜਾ ਕਹਿੰਦਾ ਮਨ ਦਾ ਵਿਗਿਆਨ ਹੈ। ਉਸ ਤੋਂ ਬਾਅਦ ਹੈਗਾ ਜੀਓਸਾਈਕੋਲੋਜੀ, ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਜਿਓਗ੍ਰਾਫੀ ਸਾਡੇ ਪੂਰੇ ਗਲੋਬ ਦੀ, ਸਾਡੇ ਵਾਤਾਵਰਣ ਦੀ, ਚਾਰ ਚਫੇਰੇ ਦੀ ਜਿਹੜੀ ਹੈ, ਉਹ ਸਾਈਕੋਲੋਜੀ ਬਾਰੇ ਵੀ ਅਸੀਂ ਉਹਦੇ ਜਾਂਚਣਾ ਹੈ। ਡਿਵੈਲਪਮੈਂਟਲ ਉਹਦੀ ਸਾਰੀ ਵਿਕਾਸ ਦੀ ਜਿਹੜੀ ਹੈ ਸਾਈਕੋਲੋਜੀ, ਉਹਨੂੰ ਪਰਖਣਾ ਹੈ। ਇਹ ਸਾਰੀਆਂ ਉਹਦੀਆਂ ਸ਼ਾਖਾਵਾਂ ਹੈ। ਇੱਕ ਪੇੜ ਹੈ, ਪੇੜ ਦੇ ਵਿੱਚ ਜਿਹੜੀਆਂ ਸ਼ਾਖਾਵਾਂ ਸਾਈਕੋਲੋਜੀ ਦੀਆਂ ਜਿਹੜੀਆਂ ਸ਼ਾਖਾਵਾਂ ਹੈ, ਇਹ ਸਾਰੀਆਂ ਪਿਓਰ ਸਾਈਕੋਲੋਜੀ ਵਿੱਚ ਜਰਨਲ, ਐਬਨੋਰਮਲ, ਸੋਸ਼ਲ, ਐਕਸਪੈਰੀਮੈਂਟਲ, ਡਿਫਰੈਂਟ ਜਿਹੜੀਆਂ ਇਹ ਪਿਓਰ ਸਾਈਕੋਲੋਜੀ ਹੈ। ਸੈਕਿੰਡ ਗੱਲ ਕਰਦੇ ਆ ਅਪਲਾਈਡ ਸਾਈਕੋਲੋਜੀ। ਪਿਓਰ ਤੋਂ ਬਾਅਦ ਆ ਜਾਂਦੀ ਹੈ ਅਪਲਾਈਡ ਨੂੰ ਕਹਿੰਦੇ ਆ ਵਿਵਹਾਰਿਕ ਜਿਹੜੀ ਸਾਈਕੋਲੋਜੀ ਹੈ, ਕਿ ਉਹਦੇ ਵਿਵਹਾਰ ਚ ਕੀ ਹੈ।
ਕਹਿੰਦਾ ਅਪਲਾਈਡ ਐਜੂਕੇਸ਼ਨਲ ਜਿਹੜੀ ਹੈ ਸਿੱਖਿਆ ਦੀ ਸਾਈਕੋਲੋਜੀ, ਉਹਨੂੰ ਐਜੂਕੇਟ ਕਰਨਾ, ਉਹਨੂੰ ਸਿੱਖਿਆ ਦੇਣੀ। ਕਲੀਨਿਕਲ ਸਾਈਕੋਲੋਜੀ ਦੇ ਵਿੱਚ ਹੁੰਦਾ ਹੈ ਕਿ ਤੁਸੀਂ ਉਪਚਾਰ ਕਰਨਾ, ਉਹਦੇ ਜਿਹੜੇ ਦਿਮਾਗ ਦੇ ਵਿੱਚ, ਜਿਸ ਤਰ੍ਹਾਂ ਕਹਿੰਦੇ ਨੇ ਇਹਨੂੰ ਦਿਮਾਗੀ ਬਿਮਾਰੀ ਹੈ, ਸਾਈਕੈਟਰਿਸਟ ਕੋਲ ਲੈ ਜਾਓ ਇਹਨੂੰ। ਕਈ ਬੱਚਿਆਂ ਦੇ ਵਿੱਚ, ਕਈ ਇਨਸਾਨਾਂ ਦੇ ਵਿੱਚ, ਸਪੋਜ਼ ਕਰੋ ਕੋਈ ਨਸ਼ਾ ਕਰ ਰਿਹਾ, ਅਸੀਂ ਉਹਨੂੰ ਸਾਈਕੈਟਰਿਸਟ ਕੋਲ ਲੈ ਕੇ ਜਾਂਦੇ ਹਾਂ, ਉਹਦਾ ਬੈਕਗਰਾਉਂਡ ਵੇਖਦਾ ਹੈ ਕਿ ਨਸ਼ੇ ਦੀ ਨੂੰ ਲੱਤ ਕਿਉਂ ਲੱਗੀ ਹੈ, ਉਹਨੂੰ ਪਰਖਦਾ ਹੈ, ਉਹਨੂੰ ਡੇਲੀ ਉਹਦੀ ਕਾਉਂਸਲਿੰਗ ਕਰਦਾ ਹੈ। ਕਾਉਂਸਲਿੰਗ ਕਰਨ ਦੇ ਨਾਲ ਉਹਦੇ ਵਿੱਚ ਜਿਹੜੀ ਬੁਰਾਈ ਆ, ਜਿਹੜੀ ਵੀ ਕੋਈ ਵੀ ਚੀਜ਼ ਉਹਦੇ ਵਿੱਚ ਗਲਤ ਆ, ਨੈਗੇਟਿਵਿਟੀ ਆ, ਕਿਉਂ ਖਾਂਦਾ ਹੈ ਜਾਂ ਕਿਉਂ ਪੀਂਦਾ ਹੈ ਜਾਂ ਕਿਉਂ ਨਸ਼ਾ ਲੈਂਦਾ ਹੈ, ਉਸ ਚੀਜ਼ ਨੂੰ ਦੂਰ ਕਰਨਾ। ਇਹ ਕਲੀਨਿਕਲ ਸਾਈਕੋਲੋਜੀ ਹੁੰਦੀ ਹੈ ਕਿ ਇੱਕ ਦਿਮਾਗੀ ਤੌਰ ਤੇ ਉਹਦਾ ਉਪਚਾਰ ਕਰਨਾ, ਉਹਨੂੰ ਦਿਮਾਗੀ ਤੌਰ ਤੇ ਗੱਲਾਂ ਬਾਤਾਂ ਦੇ ਨਾਲ ਉਹਦੇ ਅੰਦਰੋਂ ਨੈਗੇਟਿਵਿਟੀ ਨੂੰ ਬਾਹਰ ਕੱਢਣਾ ਤੇ ਚੰਗੀਆਂ ਗੱਲਾਂ ਉਹਦੇ ਚ ਪਾਉਣੀਆਂ। ਉਸ ਤੋਂ ਬਾਅਦ ਗੱਲ ਕਰਦੇ ਆ ਇੰਡਸਟਰੀਅਲ ਸਾਈਕੋਲੋਜੀ। ਇੰਡਸਟਰੀਅਲ ਸਾਈਕੋਲੋਜੀ ਕਹਿੰਦਾ ਉਦਯੋਗਿਕ ਸਾਈਕੋਲੋਜੀ ਵੀ ਹੁੰਦੀ ਕਿ ਜਿਹਦੇ ਵਿੱਚ ਸਿੱਖਿਆਰਥੀਆਂ ਨੂੰ ਉਦਯੋਗ ਦੇ ਨਾਲ ਰਿਲੇਟਡ ਜਿਹੜੀ ਜਾਣਕਾਰੀ ਦੇਣੀ। ਸਾਡੇ ITI ਦੇ ਟ੍ਰੇਨੀ ਆ, ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦੀ ਟ੍ਰੇਡ ਦੇ ਵਿੱਚ ਐਜੂਕੇਸ਼ਨਲ ਜਿਹੜੀ ਇੰਡਸਟਰੀ ਦੇ ਨਾਲ ਰਿਲੇਟਡ ਜਿਹੜੀ ਜਾਣਕਾਰੀ ਦਿੰਦੇ ਆ ਉਹਨਾਂ ਨੂੰ। ਕਿਸੇ ਨੂੰ ਇਲੈਕਟ੍ਰੀਸ਼ੀਅਨ, ਇਲੈਕਟ੍ਰੋਨਿਕਸ, ਕੋਈ ਸਰਵੇਅਰ ਹੈ, ਕੋਈ ਕੰਪਿਊਟਰ ਦੀ ਜਾਣਕਾਰੀ ਲੈ ਰਿਹਾ, ਕੋਈ ਵੈਲਡਰ ਲੈ ਰਿਹਾ ਹੈ, ਕੋਈ ਕਟਿੰਗ ਟੇਲਰਿੰਗ ਹੈ, ਅਲੱਗ-ਅਲੱਗ ਟ੍ਰੇਡਸ ਦੇ ਵਿੱਚ ਦਾਖਲੇ ਲਏ ਆ, ਉਹ ਅਸੀਂ ਉਹਨਾਂ ਨੂੰ ਐਜੂਕੇਸ਼ਨਲ ਸਾਈਕੋਲੋਜੀ ਦੇ ਰਹੇ ਹਾਂ। ਉਹਨਾਂ ਦੇ ਦਿਮਾਗ ਦੇ ਹਿਸਾਬ ਨਾਲ ਉਹ ਬੱਚਾ ਆਪਣੇ ਆਪ ਹੀ ਉਸੇ ਉਦਯੋਗ ਵੱਲ ਜਿਹੜਾ ਸੈੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸੈਕਿੰਡ, ਉਸ ਤੋਂ ਬਾਅਦ ਕਹਿੰਦੇ ਲੀਗਲ ਸਾਈਕੋਲੋਜੀ, ਜਿਹੜੀ ਕਾਨੂੰਨੀ ਤੌਰ ਤੇ ਜਿਹੜੀ ਸਾਈਕੋਲੋਜੀ, ਉਸਨੂੰ ਪਰਖਣਾ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਉਹ ਗੱਲਾਂ ਕਰਨੀਆਂ। ਕਾਨੂੰਨੀ ਤੌਰ ਤੇ ਜਿਹੜੀ ਸਾਈਕੋਲੋਜੀ ਹੈ ਉਸਨੂੰ ਪਰਖਣਾ ਔਰ ਜਾਚਣਾ। ਕੋਈ ਚੋਰ ਹੈ, ਕੋਈ ਡਕੈਤੀ ਕਰ ਲਈ ਹੈ, ਕੋਈ ਕ੍ਰਿਮੀਨਲ ਕੇਸ ਹੈ, ਉਹਨੂੰ ਜਿਹੜਾ ਕਾਨੂੰਨੀ ਤੌਰ ਤੇ ਉਹਨੂੰ ਸਾਈਕੋਲੋਜੀ ਜਿਹੜਾ ਉਹਦੇ ਦਿਮਾਗ ਦੇ ਵਿੱਚੋਂ ਦੇਖਣਾ ਵੀ ਕਿਉਂ ਕੀਤਾ ਇਹਨੇ, ਇਹਦੇ ਹਾਲਾਤ ਕੀ ਸੀ, ਇਹਦੀ ਬੈਕਗਰਾਉਂਡ ਕੀ ਸੀ, ਇਹਨੇ ਚੋਰੀ ਕਿਉਂ ਕੀਤੀ। ਉਸ ਤੋਂ ਬਾਅਦ ਆ ਜਾਂਦੇ ਮਿਲਟਰੀ ਸਾਈਕੋਲੋਜੀ। ਮਿਲਟਰੀ ਸਾਈਕੋਲੋਜੀ ਤੁਸੀਂ ਜਾਣਦੇ ਹੋ, ਸਾਡੀ ਆਰਮੀ ਹੈ, 에ਅਰ ਫੋਰਸ ਹੈ, ਨੇਵੀ ਹੈ, ਇਹਨਾਂ ਦੇ ਬਾਰੇ ਜਿਹੜੀ ਸਾਈਕੋਲੋਜੀ ਉਹਨੂੰ ਪਰਖਣਾ ਕਿ ਉੱਥੋਂ ਦੇ ਜਿਹੜੇ ਹਾਲਾਤ ਆ, ਉਹਨਾਂ ਦੇ ਜੋ ਵੀ ਸਿਚੁਏਸ਼ਨਸ ਆ, ਉਹਦੀ ਸਾਈਕੋਲੋਜੀ ਕਰਨਾ। ਕੰਜ਼ਿਊਮਰ, ਜਿਹੜੇ ਗ੍ਰਾਹਕ ਆ ਕਿਸੇ ਦੁਕਾਨ ਤੇ, ਕਿਸੇ ਇੰਡਸਟਰੀ 'ਚ, ਕਿਸੇ ਫੈਕਟਰੀ ਦੇ ਵਿੱਚ, ਕੁਝ ਵੀ ਜਿਹੜੇ ਗ੍ਰਾਹਕ ਆਉਂਦੇ ਉਹਨਾਂ ਦੀ ਸਾਈਕੋਲੋਜੀ ਕਰਨਾ। ਮਤਲਬ ਇਹ ਕਿ ਜ਼ਰੂਰੀ ਬੱਚਿਆਂ ਦੀ ਸਾਈਕੋਲੋਜੀ ਨਹੀਂ ਅਸੀਂ ਕਰਨੀ ਕਿ ਇਹਦੇ ਦਿਮਾਗ ਦਾ ਇਹਨੂੰ ਯਾਦ ਨਹੀਂ ਹੁੰਦਾ, ਇਹਨੂੰ ਸਿੱਖਣਾ ਨਹੀਂ ਆਉਂਦਾ ਜਾਂ ਇਹਨੂੰ ਪੜ੍ਹਨਾ ਨਹੀਂ ਆਉਂਦਾ। ਸਾਨੂੰ ਆਪਣੇ ਆਲੇ ਦੁਆਲੇ ਹਰ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੈ, ਦਾਇਰੇ, ਉਹਨਾਂ ਦੀ ਸਾਈਕੋਲੋਜੀ ਕਰਨਾ, ਉਹਦੇ ਅਕੋਰਡਿੰਗ ਬਿਜ਼ਨਸ ਨੂੰ ਚਲਾਉਣਾ, ਡਿਵੈਲਪ ਕਰਨਾ। ਉਸ ਤੋਂ ਬਾਅਦ ਆ ਜਾਂਦੀ ਸਪੋਰਟਸ ਸਾਈਕੋਲੋਜੀ। ਸਪੋਰਟਸ, ਖੇਡਾਂ ਦੇ ਨਾਲ ਸਾਈਕੋਲੋਜੀ, ਜਿਹੜਾ ਖੇਡ ਮੈਦਾਨ ਦੇ ਵਿੱਚ ਬੱਚਿਆਂ ਦੇ ਨਾਲ ਜੋ ਵੀ ਹੁੰਦਾ ਹੈ ਜਾਂ ਪਲੇਅਰਸ ਦੇ ਨਾਲ ਜੋ ਹੁੰਦਾ ਹੈ। ਕਈ ਪਲੇਅਰਸ ਇੰਨੇ ਵਧੀਆ ਹੁੰਦੇ ਆ, ਉਹਨਾਂ ਦੀ ਸਿਲੈਕਸ਼ਨ ਨਹੀਂ ਹੁੰਦੀ, ਉਹਦੇ ਮਨ ਦੇ ਉੱਤੇ ਵੀ ਜਿਹੜੀ ਹੈ ਉਹ ਸਾਈਕੋਲੋਜੀ ਦੇ ਨਾਲ ਵੀ ਉਹਨੂੰ ਜਿਹੜੀ ਬ੍ਰਾਂਚਿਸ ਹੈ ਉਹਦੀ ਸਾਈਕੋਲੋਜੀ ਕਰਨਾ। ਇਨਵਾਇਰਮੈਂਟਲ ਸਾਈਕੋਲੋਜੀ, ਵਾਤਾਵਰਣ ਦੇ ਨਾਲ ਸੰਬੰਧਿਤ ਸਾਈਕੋਲੋਜੀ ਜਿਹੜੀ ਹੈ ਉਹ ਕਰਨੀ। ਜਿਸ ਤਰ੍ਹਾਂ ਹੁਣ ਕਈ ਹੜ੍ਹ ਆ ਜਾਂਦੇ ਹੈ, ਕਿਤੇ ਸੋਕਾ ਪੈ ਜਾਂਦਾ ਹੈ, ਕਿਤੇ ਸੇਮ ਲੱਗ ਜਾਂਦੀ ਹੈ, ਕਿਤੇ ਸੁਨਾਮੀ ਆ ਜਾਂਦੀ ਹੈ, ਕੋਈ ਫਲੱਡ ਆ ਜਾਂਦਾ ਹੈ, ਜੋ ਵੀ ਕਿਸੇ ਤਰ੍ਹਾਂ ਦਾ ਭੂਚਾਲ ਆ ਗਿਆ, ਉਹ ਸਾਈਕੋਲੋਜੀ ਕਈਆਂ ਦੇ ਦਿਮਾਗ ਦੇ ਵਿੱਚ ਆ ਜਾਂਦੀ ਹੈ ਕਿ ਉਹ ਡਿਪਰੈਸ਼ਨ 'ਚ ਚਲ ਜਾਂਦੇ ਆ। ਉਹਨੇ ਸਟੱਡੀ ਕਰਨੀ, ਉਹਦੇ ਬਾਰੇ ਜਾਣਕਾਰੀ ਕਰਨੀ। ਇਹ ਸਾਡੀਆਂ ਜਿਹੜੀਆਂ ਐਜੂਕੇਸ਼ਨਲ ਦੀਆਂ ਜਿਹੜੀਆਂ ਸੀ ਬ੍ਰਾਂਚਿਸ ਸੀ। ਹੁਣ ਅਸੀਂ ਗੱਲ ਕਰਦੇ ਹਾਂ ਸਕੋਪ ਆਫ ਐਜੂਕੇਸ਼ਨਲ ਸਾਈਕੋਲੋਜੀ ਦਾ। ਸਕੋਪ ਕਹਿੰਦੇ ਕੀ ਹੈ ਐਜੂਕੇਸ਼ਨਲ ਸਾਈਕੋਲੋਜੀ ਦਾ? ਜਿਹੜਾ ਸਕੋਪ ਹੈ ਉਹ ਕਹਿੰਦਾ ਲਰਨਰ। ਸਕੋਪ ਦੇ ਵਿੱਚ ਉਹਦੇ ਸਰੂਪ ਕੀ ਹੈ? ਲਰਨਰ ਹੈ। ਲਰਨਰ ਚ ਕਹਿੰਦਾ ਕਿ ਜਿਹੜਾ ਉਹਨੇ ਸਿੱਖਣਾ ਹੈ, ਸਿੱਖਣ ਦੀ ਸ਼ਕਤੀ ਜਿਹੜੀ ਹੈ ਟ੍ਰੇਨੀ ਦੀ ਹੈ ਜਾਂ ਵਿਦਿਆਰਥੀ ਦੀ, ਕਹਿੰਦੇ ਅਧਿਆਪਕ ਪ੍ਰਤੀ ਕੀ ਰਵੱਈਆ ਹੈ, ਉਹਦੇ ਸਹਿਪਾਠੀਆਂ ਪ੍ਰਤੀ ਉਹਦਾ ਸੁਭਾਅ ਕਿੱਦਾਂ ਦਾ ਹੈ, ਸਕੂਲ ਕਾਲਜ ਵਿੱਚ ITI ਦੇ ਵਿੱਚ ਉਹਦਾ ਕਿਸ ਤਰ੍ਹਾਂ ਦਾ ਵਿਵਹਾਰ ਹੈ। ਉਸ ਤੋਂ ਬਾਅਦ ਉਹਦੇ ਲਰਨਿੰਗ ਐਕਸਪੀਰੀਅੰਸ, ਉਹ ਸਿੱਖਣ ਦੇ ਉਹਦੇ ਤਜਰਬੇ ਕੀ ਹੈ, ਕਿਸ ਤਰ੍ਹਾਂ ਸਿੱਖਦਾ ਹੈ, ਉਹ ਕਿੰਨੀ ਜਲਦੀ ਸਿੱਖਦਾ ਹੈ, ਉਹਦੇ ਕੀ ਹਾਲਾਤ। ਕੋਈ ਬੱਚਾ ਇੱਕ ਵਾਰੀ ਸਿੱਖਦਾ ਹੈ, ਕਈ ਬੱਚੇ 10 ਵਾਰੀ ਦੱਸਿਆ ਸਿੱਖਦੇ ਆ। ਮਤਲਬ ਉਹਦੀ ਸਟੱਡੀ ਕਰਕੇ ਉਹਨੂੰ ਉਹ ਐਕਸਪੀਰੀਅੰਸ ਦੱਸਣਾ। ਉਸ ਤੋਂ ਬਾਅਦ ਲਰਨਿੰਗ ਪ੍ਰੋਸੈਸ, ਉਹਨੂੰ ਸਿੱਖਣ ਦਾ ਪ੍ਰੋਸੈਸ ਦੱਸਣਾ ਕਿ ਉਹਦੇ ਦਿਮਾਗ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਪਾਵਾਂਗੇ, ਕਿਸ ਤਰ੍ਹਾਂ ਉਹ ਸਿੱਖੇਗਾ। ਕਈ ਬੱਚੇ ਇੱਕ ਵਾਰੀ ਦੱਸਿਆ ਵੀ ਇਹ ਸਿੰਪਲ ਸਿਲਾਈ ਲਗਾਣੀ, ਇੱਕੋ ਵਾਰੀ ਚ ਸਮਝ ਜਾਂਦੇ। ਕਈ ਬੱਚਿਆਂ ਨੂੰ ਬਾਰ-ਬਾਰ ਦੱਸਣਾ ਪੈਂਦਾ ਹੈ, ਬਾਰ-ਬਾਰ ਦੱਸਣਾ ਪੈਂਦਾ। ਉਹ ਪ੍ਰੋਸੈਸ ਦੀਆਂ ਉਹ ਕਿਰਿਆਵਾਂ ਕਰਨੀਆਂ ਪੈਂਦੀਆਂ ਜਿਹੜਾ ਕਿ ਉਹ ਜਲਦੀ ਸਿੱਖ ਜੇ। ਉਹਦੀ ਪ੍ਰੋਸੈਸ, ਲਰਨਿੰਗ ਪ੍ਰੋਸੈਸ ਨੂੰ ਦੇਖਣਾ।
उस तो बाद है लर्निंग सिचुएशन, सीखण दे जिहड़े हालात आ वो की है। कहंदे कि सीखण दे जिहड़े हालात उन्हां नूं भी परखना कि वो किहड़े हालातां विच जल्दी सीख रहा, वो किहड़े हालातां विच जल्दी नहीं सीख रहा। ओहदी सिचुएशन नूं समझना, हालातां नूं समझना, ये सारियां जिहड़ियां स्कोप ऑफ एजुकेशनल साइकोलॉजी दियां लर्नर, लर्निंग एक्सपीरियंस, लर्निंग प्रोसैस, लर्निंग सिचुएशन ते टीचर। एक टीचर नूं भी अपने विद्यार्थी दा, अपने ट्रेनी दे बारे च पूरी नॉलेज होनी चाहिदी है, ओहदे सुभाਅ नूं परखण दी नॉलेज होनी चाहिदी है कि मेरा ਇਹ वाला स्टूडेंट किन्नी जल्दी सीखदा है, मेरा ਇਹ वाला स्टूडेंट घट जल्दी सीखदा है, इनू मैं किन्नी वारी सिखाना है। एक टीचर दे विच ਇਹ वाली कैपेबिलिटी होनी चाहिदी है अपने स्टूडेंट्स नू ओहदे दिमाग दी साइकोलॉजी नू पढ़न दी। और जिन्नी देर तक एक टीचर दे विच ਇਹ वाली सिचुएशन जिहड़ी दिमाग नू परखण दी अपने स्टूडेंट दे नाल मेल ताल ना होएगा, उन्नी देर तक टीचर जिन्ना मर्जी सिखाई जाए स्टूडेंट नू नहीं याद आना, नहीं सीखिया जाएगा। इसलिए टीचर दे विच भी ओहदे मन दी जिहड़ी सिचुएशन नू पढ़ना आना चाहिए कि किस तरह सीखदा है, ओहदे बिहेव नू जांचना आना चाहिए। अगे गल करदे हां असीं स्कोप ऑफ एजुकेशनल साइकोलॉजी। हुण कहंदे स्कोप च की है, ਇਹ 12 पॉइंट है ਜਿਹੜੇ मैं अगे डिस्कस करांगी। नेचर ऑफ टीचिंग लर्निंग, ह्यूमन ग्रोथ एंड डेवलपिंग लर्निंग, स्टडी ऑफ पर्सनैलिटी, स्टडी मैथड, करिकुलम फॉर्मेशन, मेजरमेंट एंड एवेल्युएशन, स्टडी ऑफ अबनॉर्मल स्टूडेंट, स्टडी ऑफ इंडिविजुअल डिफरेंसेस, रिसर्च, हेरिडिटी एंड एनवायरनमेंट, प्रोवाइडिंग गाइडेंस एंड काउंसलिंग। हुण असीं अगों थोड़ा जिहा ब्रीफ दे विच ਇਹਨੂੰ डिस्कस करते हैं। नेचर ऑफ टीचिंग लर्निंग कहता कि टीचिंग लर्निंग जो टीचर और सीखण वाला, सिखाण वाला और सीखण वाले दा की नेचर है। कहता दिस पार्ट इनकलूड मीनिंग एंड नेचर ऑफ टीचिंग एज वेल एज ऑफ ए थ्योरी ऑफ लर्निंग, द कंसैप्ट ऑफ ए थ्योरी एंड आल्सो टीचिंग। कहता कि जो टीचर है ओहदा कंसैप्ट हुंदा, ओहदा नेचर हुंदा कि उन्हें अपने स्टूडेंट नूं किस तरह सिखाना है, और सीखण वाले दा भी एक सुभाਅ हुंदा, उन्हें अपने टीचर कोलों सीखना है। हुण एक क्लास दे विच जिहड़ा टीचर है ओहदे 20 बच्चों दे विच कुछ बच्चे इन्ने जिहड़े हरमन प्यारे हुंदे आ कि बार बार वो बच्चे दे नाल टीचर इंटरैक्ट हुंदा है कि उसे नूं आवाज दिंदा है, और कुछ बच्चे थोड़े छुपे छुपे हुंदे है। मतलब ये नेचर है कि टीचर सिखाण वाले दा और लर्निंग सीखण वाले दा आपस जिहड़ा तालमेल होना चाहिए, तां ही जिहड़ी टीचिंग प्रोसैस, लर्निंग प्रोसैस साडा सक्सैस होएगा। अगे कहंदा ह्यूमन ग्रोथ एंड डेवलपमेंट, दिस एरिया कवर द जनरल एंड स्पेसिफिक प्रिंसिपल ऑफ डेवलपमेंट, हेरिडिटी and environment, maturation, maturation and the training, and also individual differences, their meaning, nature, type, measurement and their implication in education। कहंदा ह्यूमन दी ग्रोथ जिहड़ी है, इंसान दी ग्रोथ, ओहदा डेवलपमेंट, ओहदा विकास, वो सारा चीज़ां कहंदा एक स्पेसिफिक प्रिंसिपल दे अंडर आंदा है, ओहदी ट्रेनिंग दे अंदर आंदा है। इंडिविजुअल डिफरेंसिस, इकल्लेपन जिहड़ा ओहदे ਉਹ ਚੀਜ਼ਾਂ ਨੂੰ ਸਾਰੇ ਨੂੰ ਦੂਰ ਕਰਨਾ, ਔਰ ਮੀਨਿੰਗਸ, ਉਹਦੀ ਨੇਚਰ, ਉਹਦੀ ਟਾਈਪਸ, ਉਹਦੀ ਮੈਜ਼ਰਮੈਂਟ, ਮੁਲਾਂਕਣ, ਇੰਪਲੀਮੈਂਟ ਜੋ ਵੀ ਐਜੂਕੇਸ਼ਨ ਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਨੁੱਖੀ ਵਿਕਾਸ ਤੇ ਗਰੋਥ ਦੇ ਵਿੱਚ ਜਿਹੜੀਆਂ ਉਹ लागू ਹੁੰਦੀਆਂ। ਉਸ ਤੋਂ ਬਾਅਦ ਆ ਜਾਂਦਾ ਲਰਨਿੰਗ। ਲਰਨਿੰਗ ਕਹਿੰਦਾ ਕਿ ਕੀ ਹੈ, ਲਾ ਆਫ ਲਰਨਿੰਗ, ਪ੍ਰਿੰਸੀਪਲ ਆਫ ਲਰਨਿੰਗ, ਫੈਕਟਰ ਇਨਫਲੂਐਂਸ ਦਾ ਲਰਨਿੰਗ, ਕਰਵ ਐਂਡ ਟ੍ਰਾਂਸਫਰ ਆਫ ਲਰਨਿੰਗ। ਕਹਿੰਦਾ ਜਿਹੜੇ ਸਿੱਖਣ ਦੀ ਜਿਹੜੀ ਪ੍ਰਕਿਰਿਆ ਹੈ, ਇਹ ਵੀ ਇੱਕ ਟੀਚਰ ਦੀ ਜਿਹੜੀ ਸਟੱਡੀ ਔਰ ਸਟੂਡੈਂਟ ਦੀ ਜਿਹੜੀ ਸਿੱਖਣ ਦੀ ਸਟੱਡੀ ਨੂੰ ਲੈ ਕੇ ਜਿਹੜਾ ਉਹ ਕੀਤਾ ਜਾਂਦਾ, ਜਿਹਦੇ ਕਈ ਸਿੱਖਣ ਦੇ ਲਾਅ ਹੈ, ਪ੍ਰਿੰਸੀਪਲ ਹੈ, ਉਹਦੇ ਸਿਧਾਂਤ ਹੈ, ਉਹਦੇ ਫੈਕਟਰ ਹੈ ਕਿ ਉਹ ਕਿਸ ਤਰ੍ਹਾਂ ਜਲਦੀ ਸਿੱਖਦਾ ਹੈ ਜਾਂ ਨਹੀਂ ਸਿੱਖਦਾ, ਉਹਦੀ ਕਰਵਸ ਹੈ, ਟ੍ਰਾਂਸਫਰ, ਇੱਕ ਦੂਜੇ ਨੂੰ ਟ੍ਰਾਂਸਫਰ ਕਰਦੇ ਆ ਲਰਨਿੰਗ ਜਿਹੜੀ ਹੈ। ਕਈ ਕੁਝ ਗੱਲਾਂ ਟੀਚਰ ਸਟੂਡੈਂਟ ਕੋਲੋਂ ਸਿੱਖਦਾ ਹੈ, ਕੁਝ ਸਟੂਡੈਂਟ ਟੀਚਰ ਕੋਲੋਂ ਸਿੱਖਦਾ ਹੈ। ਅੱਗੇ ਕਹਿੰਦਾ ਸਟੱਡੀ ਆਫ ਪਰਸਨੈਲਿਟੀ, ਬੱਚੇ ਦੀ ਪਰਸਨੈਲਿਟੀ ਦੀ ਸਟੱਡੀ ਕਰਨੀ। ਕਈ ਬੱਚੇ ਸਾਡੇ ਇੰਨੇ ਵਧੀਆ ਵੈਲ ਡਰੈਸਡ ਆਉਂਦੇ ਆ ਕਿ ਅਸੀਂ ਉਹਦੀ ਪਰਸਨੈਲਿਟੀ ਤੋਂ ਹੀ ਜੱਜ ਕਰ ਲੈਂਦੇ ਆ ਕਿ ਇਹ ਅੱਛੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ, ਇਹ ਬੜੇ ਵੈਲ ਡਰੈਸਡ ਆਂਦਾ ਹੈ। ਉਹਦੀ ਬਿਹੇਵ ਨੂੰ, ਉਹਦੀ ਗੱਲਬਾਤ ਦੇ ਤਰੀਕੇ ਤੋਂ, ਜਿਹੜੀ ਉਹਦੀ ਪਰਸਨੈਲਿਟੀ ਡਿਵੈਲਪਮੈਂਟ ਨੂੰ ਹੀ ਅਸੀਂ ਦੇਖ ਲੈਂਦੇ ਆ, ਉਹਨੂੰ ਪਹਿਚਾਨ ਲੈਂਦੇ ਆ, ਪਰਖ ਲੈਂਦੇ ਆ ਕਿ ਇਸ ਬੱਚੇ ਦੀ ਜਿਹੜੀ ਬੈਕਗ੍ਰਾਉਂਡ ਇਸ ਤਰ੍ਹਾਂ ਦੀ ਹੋਏਗੀ। ਉਸ ਤੋਂ ਬਾਅਦ ਆ ਜਾਂਦਾ ਸਟੱਡੀ ਮੈਥਡ। ਕਹਿੰਦਾ ਸਟੱਡੀ ਮੈਥਡ 'ਚ ਕੀ ਹੈ ਕਿ ਜਿਹੜੇ ਤੁਸੀਂ ਐਜੂਕੇਸ਼ਨਲ ਸਾਈਕੋਲੋਜੀ ਦਾ ਸਟੱਡੀ ਮੈਥਡ ਦੇ ਵਿੱਚ ਕਹਿੰਦਾ ਤੁਸੀਂ ਬੱਚੇ ਨੂੰ ਅਬਜ਼ਰਵ ਕਰਨਾ ਹੈ, ਉਸ ਤੋਂ ਬਾਅਦ ਉਹਦੀ ਇੰਟਰਵਿਊ ਲੈਣੀ ਹੈ। ਕੁਛ ਗੱਲਾਂ ਅਸੀਂ ਇੰਟਰਵਿਊ ਕਰਕੇ ਕਰਦੇ ਆ, ਉਹਦੇ ਤੋਂ ਬੱਚੇ ਦਾ ਪਤਾ ਲੱਗਦਾ ਕਿ ਬੇਟਾ ਤੁਹਾਡੇ ਪਾਪਾ ਕੀ ਕਰਦੇ ਆ, ਤੁਸੀਂ ਕਿੰਨੇ ਭੈਣ ਭਰਾ ਹੋ, ਬ੍ਰਦਰ ਕੀ ਕਰਦਾ ਹੈ, ਸਿਸਟਰ ਕੀ ਕਰਦੀ ਹੈ, ਤੁਸੀਂ ਕਿੰਨੀ ਸਟੱਡੀ ਕੀਤੀ ਹੈ। ਉਹਦੇ ਤੋਂ ਸਾਨੂੰ ਸਟੱਡੀ ਮੈਥਡ ਦੇ ਨਾਲ ਵੀ ਸਾਨੂੰ ਬੱਚੇ ਦੇ ਬਿਹੇਵ ਦਾ ਜਜਮੈਂਟ ਹੋ ਜਾਂਦੀ ਹੈ ਕਿ ਅਸੀਂ ਇਸ ਬੱਚੇ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ, ਇਸ ਬੱਚੇ ਨੂੰ ਕਿਸ ਤਰ੍ਹਾਂ ਦੀ ਜਿਹੜੀ ਹੈ ਪ੍ਰੇਰਨਾ ਦੇਣੀ ਹੈ, ਕਿਸ ਤਰ੍ਹਾਂ ਇਹਦੇ ਜਿਹੜੀ ਮੋਟੀਵੇਸ਼ਨ ਦੇਣੀ ਹੈ।
किस तरह ਇਹਦੇ ਤੇ ਕਿਹੜਾ ਰੂਲ ਅਪਲਾਈ ਕਰਨਾ ਹੈ ਕਿ ਜਿਹੜਾ ਇਹ ਬੱਚੇ ਦੇ ਸਾਡੇ ਜਿਹੜੀ ਸਿੱਖਣ ਦੀ ਜਿਹੜੀ ਸ਼ਕਤੀ ਹੈ ਜਾਂ ਇਹਦੇ ਦਿਮਾਗ ਦੀ ਜਿਹੜੀ ਅਸੀਂ ਸਾਈਕੋਲੋਜੀ ਨੂੰ ਪੜ੍ਹਨਾ ਹੈ, ਇਹ ਇੱਕ ਸਟੱਡੀ ਮੈਥਡ ਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਕਰਿਕੂਲਮ ਫਾਰਮੇਸ਼ਨ। Curriculum formation ਚ ਕਹਿੰਦੇ psychology principle are also used in the formulation curriculum for different stages। ਕਹਿੰਦੇ different stages ਦੇ ਉੱਤੇ ਜਿਹੜਾ ਪਾਠਕ੍ਰਮ ਹੈ ਸਾਡਾ, curriculum ਹੈ ਸਾਡਾ, ਉਹ ਸਾਡਾ stages ਦੇ according ਅਲੱਗ-ਅਲੱਗ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਜੇ ਸਾਡੇ ਯੂਨਿਟ ਦੇ ਵਿੱਚ ਇੱਕ ਯੂਨਿਟ ਇੱਕ ਹਫ਼ਤੇ ਦਾ ਮੰਨ ਲਓ ਵੀਕਲੀ ਸਿਲੇਬਸ ਆ, ਉਹ ਵੀਕਲੀ ਸਿਲੇਬਸ ਸਾਡੇ ਕੁਝ ਬੱਚੇ 2 ਹਫ਼ਤਿਆਂ ਦਾ ਸਿਲੇਬਸ 1 ਹਫ਼ਤੇ ਚ ਕਰ ਲੈਂਦੇ ਆ, ਪਰ ਕੁਝ ਬੱਚੇ ਸਾਡੇ ਏਦਾਂ ਦੇ ਹੁੰਦੇ ਜਿਹੜੇ 1 ਹਫ਼ਤੇ ਦਾ ਸਿਲੇਬਸ 2 ਹਫ਼ਤਿਆਂ ਚ ਕਰਦੇ ਆ। ਸਾਨੂੰ ਉਹਨਾਂ ਦੇ ਅਕੋਰਡਿੰਗ ਹੀ ਸਾਨੂੰ ਆਪਣੇ ਸਟੂਡੈਂਟਸ ਨੂੰ, ਆਪਣੇ ਟ੍ਰੇਨਿੰਗ ਨੂੰ, ਉਹਨਾਂ ਨੂੰ ਗਿਆਨ ਦੇਣਾ ਤਾਂ ਕਿ ਉਹ ਪੂਰਾ ਕੰਮ ਵੀ ਸਿੱਖ ਲੈਣ ਔਰ ਉਹਨਾਂ ਨੂੰ ਡੀਮੋਰਲਾਈਜ਼ ਵੀ ਨਹੀਂ ਕਰਨਾ ਕਿ ਤੁਸੀਂ ਬਹੁਤ ਡਲ ਹੋ, ਤੁਸੀਂ ਡੱਫਰ ਹੋ, ਤੁਹਾਨੂੰ ਸਮਝ ਨਹੀਂ ਆਉਂਦੀ। ਪਿਆਰ ਦੇ ਨਾਲ ਉਹਨਾਂ ਦੇ ਹਾਲਾਤਾਂ ਨੂੰ ਸਮਝਦਿਆਂ ਹੋਇਆਂ, ਉਹਨਾਂ ਦੀ ਸਟੱਡੀ ਕਰਦਿਆਂ ਹੋਇਆਂ ਦਿਮਾਗ ਦੀ, ਤੁਸੀਂ ਉਹਨਾਂ ਨੂੰ ਨੌਲੇਜ ਦੇਣੀ ਹੈ ਔਰ ਪਾਠਕ੍ਰਮ ਨੂੰ ਤੁਸੀਂ ਉਸੇ ਤਰ੍ਹਾਂ ਹੀ ਸੈੱਟ ਕਰਨਾ ਹੈ ਜਿਸ ਤਰ੍ਹਾਂ ਤੁਹਾਡਾ ਬੱਚਿਆਂ ਦਾ ਜਿਹੜਾ ਨੀਡ ਹੈ, ਉਹਨਾਂ ਦੀ ਜਿਹੜੀ ਤੁਹਾਡੀ ਲਰਨਿੰਗ ਦੀ ਜਿਹੜੀ ਕੁਆਲਿਟੀ ਹੈ, ਕਿਸੇ ਬੱਚੇ ਦੇ ਜ਼ਿਆਦਾ ਹੈ, ਕਿਸੇ ਬੱਚੇ ਦੀ ਜਿਹੜੀ ਹੈ ਘੱਟ ਹੈ, ਉਹਦੇ ਅਕੋਰਡਿੰਗ ਹੀ ਤੁਸੀਂ ਸਾਰੀ ਸਟੱਡੀ ਕਰਨੀ ਹੈ। ਅੱਗੋਂ ਆ ਜਾਂਦਾ ਲਰਨਿੰਗ ਦੇ ਵਿੱਚ ਸਿੱਖਣ ਦਾ ਜਿਹੜਾ ਹੈ ਕਹਿੰਦੇ ਉਹ ਤੁਸੀਂ ਕਿਸ ਤਰ੍ਹਾਂ ਬੱਚੇ ਨੇ ਸਿੱਖਣਾ ਹੈ, ਉਹਦੀ ਟ੍ਰੇਨਿੰਗ, ਕਾਲਜ ਦੀ ਜਿਹੜੀ ਟ੍ਰੇਨਿੰਗ ਹੈ, ਟ੍ਰੇਨਿੰਗ ਪ੍ਰੋਗਰਾਮ ਹੈ, ਉਹਨੂੰ ਡਿਵੈਲਪ ਪੋਜ਼ਿਟਿਵ ਐਟੀਟਿਊਡ ਤੁਸੀਂ ਦੇਣਾ ਹੈ, ਪ੍ਰੋਵਾਈਡ ਕਰਨੇ ਨਵੇਂ ਉਹਨੂੰ ਜਿਹੜੇ ਟੈਕਨੀਕਸ ਪ੍ਰੋਵਾਈਡ ਕਰਨੀਆਂ, ਕਲਾਸਰੂਮ ਚੈਲੰਜਿਸ ਜਿਹੜੇ ਉਹਨੂੰ ਫੇਸ ਕਰਨ ਦੀ ਜਿਹੜੀ ਉਹ ਤੁਸੀਂ ਦੱਸਣੀ ਹੈ, ਪ੍ਰੋਬਲਮਸ ਸਾਰੀਆਂ ਡਿਸਕਸ ਕਰਨੀਆਂ ਲਰਨਿੰਗ ਦੇ ਵਿੱਚ, ਸਿਖਾਉਣ ਦੇ ਵਿੱਚ। ਉਸ ਤੋਂ ਬਾਅਦ ਆ ਜਾਂਦੀ ਸਟੱਡੀ ਆਫ ਐਬਨੋਰਮਲ ਸਟੂਡੈਂਟ। ਜਿਹੜੇ ਐਬਨੋਰਮਲ, ਜਿਸ ਤਰ੍ਹਾਂ ਪਿੱਛੇ ਦੱਸਿਆ, ਮੰਦਬੁੱਧੀ ਬੱਚੇ ਹੁੰਦੇ ਆ, ਗੂੰਗੇ ਬੋਲੇ ਹੁੰਦੇ ਆ, ਉਹਨਾਂ ਦੇ ਮਨ ਦੀ ਸਟੱਡੀ ਕਰਨੀ, ਉਹ ਕਿਸ ਤਰ੍ਹਾਂ ਸਿੱਖ ਦੇ ਆ, ਉਸ ਮੈਥਡ ਦੇ ਨਾਲ ਉਸ ਬੱਚਿਆਂ ਦੀ ਸਟੱਡੀ ਕਰਨੀ, ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨੀ, ਬਲਕਿ ਉਹਨਾਂ ਨੂੰ ਨੈਗਲੈਕਟ ਨਹੀਂ ਕਰਨਾ, ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ, ਉਹਨਾਂ ਨੂੰ ਪਿਆਰ ਦੇ ਨਾਲ ਅਟੈਚਡ ਹੋ ਕੇ ਉਹਨਾਂ ਨੂੰ ਨਵੀਂ ਸਟੱਡੀਜ਼ ਦੇਣੀ ਹੈ, ਉਹਨਾਂ ਦੇ ਮਨ ਦੀ ਬਿਹੇਵੀਅਰ ਦੀ ਜਾਂਚ ਕਰਕੇ ਤੁਸੀਂ ਉਹਨਾਂ ਨੂੰ ਸਿਖਾਉਣਾ ਹੈ। ਸਟੱਡੀ ਆਫ ਇੰਡੀਵਿਜੂਅਲ ਡਿਫਰੈਂਸ। ਕਈ ਬੱਚਿਆਂ ਦੇ ਵਿੱਚ ਕਹਿੰਦੇ ਇੰਡੀਵਿਜੂਅਲ ਡਿਫਰੈਂਸ ਹੁੰਦੇ ਆ, ਕਿਸੇ ਬੱਚਿਆਂ ਦੇ ਨਾਲ ਆਪਸ ਚ ਕੋਈ ਲੜਾਈ ਝਗੜਾ ਹੁੰਦੀ, ਕਈ ਬੱਚੇ ਬਹੁਤ ਇੰਟੈਲੀਜੈਂਟ ਹੁੰਦੇ ਆ, ਕਈ ਬੱਚੇ ਘੱਟ ਹੁੰਦੇ ਆ, ਉਹਨਾਂ ਦੇ ਕਹਿੰਦੇ ਇੰਡੀਵਿਜੂਅਲ ਡਿਫਰੈਂਸ ਨੂੰ ਵੀ ਦੂਰ ਕਰਨ ਦੀ ਜਿਹੜੀ ਉਹ ਵੀ ਇੱਕ ਸਟੱਡੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੂਰ ਕਰਨਾ ਹੈ। ਇੰਟੈਲੀਜੈਂਟ ਬੱਚਿਆਂ ਦੇ ਨਾਲ ਥੋੜੇ ਘੱਟ ਜਿਹੜੇ ਇੰਟੈਲੀਜੈਂਟ ਉਹਨਾਂ ਨੂੰ ਜੋੜਨਾ ਹੈ ਤਾਂ ਕਿ ਸਾਰੀ ਕਲਾਸ ਜਿਹੜੀ ਮੈਨੇਜ ਹੋ ਜਾਏ। ਕੁਝ ਬੱਚਿਆਂ ਦੇ ਨਾਲ, ਕਈ ਬੱਚਿਆਂ ਨੂੰ ਇੰਟੈਲੀਜੈਂਟ ਬੱਚਿਆਂ ਦਾ ਅਲੱਗ ਗਰੁੱਪ ਬਣਾ ਦਿੱਤਾ ਜਾਂਦਾ ਹੈ, ਦੂਜਿਆਂ ਦਾ ਥੋੜਾ ਘੱਟ ਗਰੁੱਪ ਅਲੱਗ ਬਣਾ ਦਿੱਤਾ ਜਾਂਦਾ ਹੈ ਤਾਂ ਕਿ ਸਾਰੇ ਇੱਕੋ ਜਿਹੇ ਬੱਚੇ ਜਿਹੜੇ ਇਕੱਠੇ ਹੋਣ ਤੇ ਇੱਕ ਦੂਜੇ ਤੇ ਕੋਈ ਕਿੰਤੂ ਪਰੰਤੂ ਨਾ ਕਰੇ ਜਾਂ ਕਿਸੇ ਨੂੰ ਕੋਈ ਗੱਲ ਨਾ ਕਰੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਰਿਸਰਚ। ਕਹਿੰਦੇ ਖੋਜ ਹੈ, ਦਿਮਾਗ ਦੀ ਖੋਜ ਹੈ, ਕਿਸੇ ਬੱਚੇ ਦੀ ਉਹਦੀ ਡਿਵੈਲਪਿੰਗ ਟੂਲ ਹੈ, ਡਿਵਾਈਸ ਹੈ, ਮੈਜ਼ਰਮੈਂਟ ਆਫ ਵੇਰੀਅਸ ਵੇਰੀਏਬਲ ਵਿਚ ਇਨਫਲੂਐਂਸ ਦਾ ਬਿਹੇਵੀਅਰ ਐਂਡ ਪਰਫਾਰਮੈਂਸ ਆਫ ਸਟੂਡੈਂਟਸ। ਉਹਦੇ ਸਟੂਡੈਂਟਸ ਦੇ ਬਿਹੇਵ ਦੀ ਜਿਹੜੀ ਹੈ ਉਹਨੂੰ ਖੋਜ ਕਰਨਾ, ਰਿਸਰਚ ਕਰਨੀ ਕਿ ਉਹ ਉਹਦੇ ਅੰਦਰ ਕੀ ਚੱਲ ਰਿਹਾ, ਉਹਨੂੰ ਰਿਸਰਚ ਕਰਕੇ ਦੇਖਣਾ ਔਰ ਉਹਦੀ ਬਾਰੇ ਨਵੀਂ ਡਾਇਰੈਕਟ ਐਂਡ ਪ੍ਰਿਡਿਕਟ ਐਂਡ ਬਿਹੇਵੀਅਰ ਆਫ ਦਾ ਸਟੂਡੈਂਟ ਆਫ ਦ ਬੇਸਿਕ ਆਫ ਰਿਸਰਚ ਸਟੱਡੀ ਇਨ ਕਲਾਸਰੂਮ ਟੀਚਿੰਗ। ਕਲਾਸਰੂਮ ਟੀਚਿੰਗ ਦੇ ਵਿੱਚ ਬੱਚੇ ਦੇ ਬਿਹੇਵ ਦੀ ਸਟੱਡੀ ਕਰਨਾ, ਖੋਜ ਕਰਨਾ। ਅੱਗੇ ਗੱਲ ਕਰਦੇ ਹਾਂ ਹੈਰੀਡਿਟੀ ਐਂਡ ਇਨਵਾਇਰਨਮੈਂਟ। ਬੱਚੇ ਦੇ ਹੈਰੀਡਿਟੀ, ਪਿਤਾ ਪੁਰਖੀ ਜਿਹੜੇ ਕੁਝ ਗੁਣ ਹੁੰਦੇ ਆ, ਉਹ ਲੱਛਣਾਂ ਨੂੰ ਪਰਖਣਾ, ਉਹਦੇ ਵਾਤਾਵਰਨ ਨੂੰ ਪਰਖਣਾ ਕਿ ਉਹਦੇ ਘਰੇਲੂ ਵਾਤਾਵਰਨ ਕਿਸ ਤਰ੍ਹਾਂ ਦਾ, ਉਹਦਾ ਕਲਾਸ ਦਾ ਵਾਤਾਵਰਨ ਕਿਸ ਤਰ੍ਹਾਂ ਦਾ, ਉਹਦਾ ਕਾਲਜ ਦਾ ਵਾਤਾਵਰਨ ਕਿਸ ਤਰ੍ਹਾਂ ਦਾ, ਉਹਦੇ ਆਲੇ ਦੁਆਲੇ ਦਾ ਉਹਦਾ ਫਰੈਂਡ ਸਰਕਲ ਕਿਸ ਤਰ੍ਹਾਂ ਦਾ ਹੈ। ਔਰ ਇਹਨਾਂ ਚੀਜ਼ਾਂ ਨੂੰ ਵੀ ਸਾਰਾ ਪਰਖ ਕੇ ਤੁਸੀਂ ਬੱਚੇ ਦੀ ਸਟੱਡੀ ਦੇ ਨਾਲ ਉਹਨੂੰ ਸਟੱਡੀ ਦੇਣੀ ਹੈ, ਉਹਨੂੰ ਨੌਲੇਜ ਦੇਣੀ ਹੈ। ਉਸ ਤੋਂ ਬਾਅਦ ਆ ਜਾ ਪ੍ਰੋਵਾਈਡਿੰਗ ਗਾਈਡੈਂਸ ਐਂਡ ਕਾਉਂਸਲਿੰਗ। ਫਿਰ ਜੇ ਕਿਸੇ ਬੱਚੇ ਦੇ ਵਿੱਚ ਤੁਹਾਨੂੰ ਕੋਈ ਗਲਤ ਚੀਜ਼ ਦਿਸਦੀ ਹੈ, ਉਸ ਨੂੰ ਪਿਆਰ ਨਾਲ ਸਮਝਾਉਣਾ, ਗਾਈਡੈਂਸ ਦੇਣੀ, ਕਾਉਂਸਲਿੰਗ ਕਰਨੀ। ਅੱਜ ਕੱਲ ਕਈ ਸਕੂਲਾਂ ਦੇ ਵਿੱਚ ਕਾਉਂਸਲਰ ਰੱਖੇ ਜਾਂਦੇ ਆ ਬੱਚਿਆਂ ਦੇ ਨਾਲ ਕਾਉਂਸਲਿੰਗ ਕਰਨ ਨੂੰ। ਕਈ ਬੱਚੇ ਬੜੇ ਲੜਾਕੇ ਹੁੰਦੇ ਆ, ਸ਼ਰਾਰਤੀ ਹੁੰਦੇ ਆ, ਉਹਨਾਂ ਨਾਲ ਕਾਉਂਸਲਿੰਗ ਕਰਨੀ, ਟਾਈਮ ਟੂ ਟਾਈਮ ਉਹਨਾਂ ਨੂੰ ਜੱਜਮੈਂਟ ਕਰਨੀ, ਉਹਨਾਂ ਨੂੰ ਸਮਝਾਉਣਾ ਤਾਂ ਕਿ ਉਹਨਾਂ ਦੇ ਦਿਮਾਗ ਵਿੱਚ ਬਾਰ-ਬਾਰ ਉਹ ਗੱਲਾਂ ਚੰਗੀਆਂ ਆਈ ਜਾਣ ਔਰ ਬੁਰੀਆਂ ਗੱਲਾਂ ਦੇ ਵੱਲ ਉਹ ਕਦੀ ਵੀ ਧਿਆਨ ਨਾ ਦੇਣ। ਇਸ ਤੋਂ ਬਾਅਦ ਅੱਗੇ ਆ ਜਾਂਦੇ ਆ ਮੈਥਡ ਆਫ ਸਾਈਕੋਲੋਜੀ, ਜਿਹੜੇ ਅਸੀਂ ਕੱਲ ਵਾਲੇ ਟੌਪਿਕ 'ਚ ਪੂਰੇ ਐਕਸਪਲੇਨ ਦੇ ਨਾਲ ਡਿਸਕਸ ਕਰਾਂਗੇ ਕਿ ਮੈਥਡ ਕੀ ਹੈ। ਇਹ ਸਾਰੀ ਲਿਸਟ ਹੈ ਮੈਥਡ, ਜਿਹੜੇ ਸਾਈਕੋਲੋਜੀ ਦਾ ਜਿਹੜਾ ਮੈਥਡ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਮੈਥਡ ਨੂੰ ਅਪਲਾਈ ਕਰਨਾ ਹੈ, ਕਿਹੜੇ ਮੈਥਡਸ ਹੈ, ਇਹ ਅਸੀਂ ਕੱਲ ਵਾਲੇ ਪਾਰਟ 2 ਦੇ ਵਿੱਚ ਡਿਸਕਸ ਕਰਾਂਗੇ। ਤੇ ਅੱਗੋਂ ਅਸੀਂ ਗੱਲ ਕਰਦੇ ਹਾਂ ਮਿਸ਼ਨ ਫਤਿਹ, ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਤੇ ITI SC ਫਤਿਹਗੜ੍ਹ ਚੂੜੀਆਂ ਜਿਹੜਾ ਕਿ ਮਿਸ਼ਨ ਫਤਿਹ ਨੂੰ ਸਕਸੈਸ ਕਰਨ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਆਪਣੇ ਪੂਰੇ ਯਤਨ ਕਰ ਰਹੀ ਹੈ। ਔਰ ਮਿਸ਼ਨ ਫਤਿਹ ਦੇ ਵਿੱਚ ਜੋ ਕਿ ਕਰੋਨਾ ਵਾਇਰਸ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਮਹਾਮਾਰੀ ਦਾ ਰੂਪ ਜਿਹੜੀ ਲੈ ਕੇ ਆਈ ਹੈ ਔਰ ਪੰਜਾਬ ਦੇ ਵਿੱਚ ਵੀ ਆਪਣੇ ਲਗਾਤਾਰ ਪੈਰ ਪਸਾਰ ਰਹੀ ਹੈ।
ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਕਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਵਾਸਤੇ ਜਿਹੜੀਆਂ ਵੀ ਗਾਈਡਲਾਈਨਸ ਹੈਲਥ ਡਿਪਾਰਟਮੈਂਟ ਵੱਲੋਂ ਦਿੱਤੀਆਂ ਗਈਆਂ ਹੈ, ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹੈ, ਅਸੀਂ ਸਾਰੇ ਐਜੂਕੇਟਡ ਪਰਸਨ ਹੈ, ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਸੋਸ਼ਲ ਡਿਸਟੈਂਸ ਰੱਖਣਾ ਹੈ, ਮਾਸਕ ਪਾ ਕੇ ਰੱਖਣਾ ਹੈ, ਟਾਈਮ ਤੇ ਆਪਣੇ ਹੱਥ ਧੋਂਦੇ ਰਹਿਣਾ ਹੈ ਔਰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਹੈ। ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲਣਾ ਹੈ, ਬਾਰ-ਬਾਰ ਘਰੋਂ ਬਾਹਰ ਨਹੀਂ ਨਿਕਲਣਾ। ਜ਼ਰੂਰੀ ਕੰਮ ਹੈ ਤਾਂ ਹੀ ਜਾਓ, ਕਿਉਂਕਿ ਜਿਹੜੀ ਵਾਇਰਸ ਹੈ ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਸ ਨੂੰ ਲੱਗ ਜਾਣੀ ਹੈ। ਹੁਣ ਤੁਸੀਂ ਦੇਖ ਰਹੇ ਹੋ ਸਾਡੇ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਬਹੁਤ ਹੀ ਵੱਡੇ ਵੱਡੇ ਅਦਾਰਿਆਂ ਦੇ ਜਿਹੜੇ ਆਫੀਸਰ ਸਾਹਿਬਾਨ ਹੈ ਉਹ ਵੀ ਇਸ ਚਪੇਟ ਵਿੱਚ ਆ ਗਏ ਹੈ। ਇਸ ਕਰਕੇ ਤੁਸੀਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ, ਪ੍ਰਣ ਕਰ ਲਓ ਕਿ ਜੇ ਲੋੜ ਪੈਣ ਤੇ ਘਰੋਂ ਨਿਕਲਾਂਗੇ, ਸਾਰੀਆਂ ਹਦਾਇਤਾਂ ਨੂੰ ਜਿਹੜਾ ਪਾਲਣ ਕਰਾਂਗੇ ਤੇ ਆਪਣੀ COVID-19 ਦੀ ਜਿਹੜੀ ਬਿਮਾਰੀ ਹੈ, ਜਿਹੜਾ ਵਾਇਰਸ ਹੈ, ਇਹਦੇ ਉੱਤੇ ਅਸੀਂ ਆਪਣਾ ਮਿਸ਼ਨ ਫਤਿਹ ਕਰਾਂਗੇ, ਜਿੱਤ ਪ੍ਰਾਪਤ ਕਰਾਂਗੇ। ਕਿਉਂਕਿ ਪੰਜਾਬੀਆਂ ਦਾ ਜਿਹੜਾ ਹੌਸਲਾ ਤਾਂ ਹੀ ਹੈ ਕਿਉਂਕਿ ਉਹਨਾਂ ਦੇ ਹੌਸਲੇ 'ਚ, ਉਹਨਾਂ ਦੇ ਜਜ਼ਬੇ ਵਿੱਚ ਹੀ ਹੈ ਕਿ ਹਾਰਨਾ ਨਹੀਂ ਹੈ, ਅੱਕਣਾ ਨਹੀਂ ਹੈ, ਥੱਕਣਾ ਨਹੀਂ ਹੈ। ਅਸੀਂ ਇਸ ਬਿਮਾਰੀ ਦਾ ਡਟ ਕੇ ਮੁਕਾਬਲਾ ਕਰਨਾ ਹੈ ਔਰ ਮਿਸ਼ਨ ਫਤਿਹ ਕਰਨਾ ਹੈ। ਔਰ ਜੇ ਕਿਸੇ ਦੀ ਕੋਈ ਕੁਐਰੀ ਹੈ ਮੇਰੇ ਟੌਪਿਕ ਦੇ ਨਾਲ, ਉਹ ਮੇਰੇ ਨਾਲ ਡਿਸਕਸ ਕਰ ਸਕਦਾ ਹੈ। ਹਾਂਜੀ ਸਰ, ਸਟੂਡੈਂਟ ਕਿਸੇ ਦੀ ਕੋਈ ਕੁਐਰੀ ਹੈ ਤੇ ਡਿਸਕਸ ਕਰ ਸਕਦਾ ਹੈ। ਹੈਲੋ ਸਟੂਡੈਂਟ, ਕੋਈ ਕੁਐਰੀ ਹੈ ਕਿਸੇ ਦੀ ਸਾਈਕੋਲੋਜੀ ਦੇ ਟੌਪਿਕ ਨੂੰ ਲੈ ਕੇ ਤੇ ਆਪਣੇ ਆਪ ਨੂੰ ਅਨਮਿਊਟ ਕਰ ਸਕਦਾ ਹੈ। ਅਗਰ ਕਿਸੇ ਸਟੂਡੈਂਟ ਦੀ ਕੋਈ ਕੁਐਰੀ ਹੈ ਤੇ ਆਪਣਾ ਹੈਂਡ ਰੇਜ਼ ਕਰੇ। ਹਾਂਜੀ ਮੈਡਮ ਨਛੱਤਰ ਕੌਰ ਨੇ ਹੈਂਡ ਰੇਜ਼ ਕੀਤਾ ਸਰ, ਪਲੀਜ਼ ਉਹਨਾਂ ਨੂੰ ਅਨਮਿਊਟ ਕੀਤਾ ਜਾਏ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ, ਬਹੁਤ ਵਧੀਆ। ਥੈਂਕ ਯੂ ਮੈਮ। ਲੱਗਿਆ ਮੈਨੂੰ। ਥੈਂਕ ਯੂ ਮੈਡਮ, ਥੈਂਕ ਯੂ ਜੀ। ਬਹੁਤ ਵਧੀਆ ਮੈਡਮ ਸਭ ਤੁਹਾਡੀਆਂ ਬਲੈਸਿੰਗਸ ਹੈ ਵੱਡਿਆਂ ਦੀਆਂ। ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਲੱਗਿਆ, ਮੈਂ ਸਾਰਾ ਧਿਆਨ ਨਾਲ ਸੁਣਿਆ, ਬਹੁਤ ਵਧੀਆ। ਹਾਂ, ਲਾਸਟ ਵਾਲੇ ਜਿਹੜੇ ਟੌਪਿਕ ਸੀ ਨਾ ਬੱਚਿਆਂ ਦੇ ਪ੍ਰਤੀ ਸੀ, ਬੱਚਿਆਂ ਦੀਆਂ ਬਿਰਤੀਆਂ ਬਾਰੇ ਜਾਣਨਾ, ਉਹਦੇ ਮਨੋਵਿਗਿਆਨ ਬਾਰੇ ਜਾਣਨਾ ਬੱਚਿਆਂ ਦੇ, ਠੀਕ ਹੈ। ਹਾਂਜੀ ਮੈਮ, ਬਹੁਤ ਅੱਛੀ ਤਰ੍ਹਾਂ ਤੁਸੀਂ ਟੌਪਿਕ ਮੈਡਮ ਲੈਂਥੀ ਹੈ, ਇਸ ਕਰਕੇ ਫਿਰ ਕਾਫੀ 2 ਹਿੱਸਿਆਂ 'ਚ ਇਹਨੂੰ ਐਕਸਪਲੇਨ ਕਰਾਂਗੀ। ਹਾਂ, ਟੀਚਰ ਟ੍ਰੇਨਿੰਗ ਜਿਹੜੇ ਟੌਪਿਕ ਹੈ ਨਾ, ਟੀਚਰ ਟ੍ਰੇਨਿੰਗ ਦੇ ਸਾਰੇ ਹੈ ਹੀ ਲੈਂਥੀ ਹੈ ਬੜੇ, ਕਿਉਂਕਿ ਸਾਰਾ ਬੁੱਕ ਹੈਗੀ ਹੈ ਇਹ, ਬਹੁਤ ਜ਼ਿਆਦਾ ਮਤਲਬ ਕਿ ਵੀ ਇਹਦੇ ਵਿੱਚ ਬਹੁਤ ਕੁਝ ਦੱਸਿਆ ਹੋਇਆ, ਰਾਈਟਰਾਂ ਨੇ ਵੀ ਬੜਾ ਕੁਝ ਦੱਸਿਆ ਹੋਇਆ। ਬਹੁਤ ਵਧੀਆ ਲੱਗਿਆ। ਜਿੰਨਾ ਕੁ ਆਪਣੇ ਕੋਲੇ ਸਮਾਂ ਸੀਗਾ, ਜਿੰਨਾ ਕੁ ਆਪਣਾ ਸਮਾਂ 40-45 ਮਿੰਟ ਦਾ ਬਣਦਾ, ਉਹ ਆਪਾਂ ਬਹੁਤ ਵਧੀਆ ਬੱਚਿਆਂ ਨੂੰ ਸਮਝਾਇਆ। ਵੈਰੀ ਗੁੱਡ, ਥੈਂਕ ਯੂ ਮੈਮ, ਥੈਂਕ ਯੂ ਸੋ ਮਚ ਮੈਮ। ਹਾਂਜੀ, ਕੋਈ ਹੋਰ ਹੈ ਕਿਸੇ ਦੀ ਕੁਐਰੀ? ਖੁਸ਼ਬੂ, ਸਰ ਖੁਸ਼ਬੂ ਨੂੰ ਅਨਮਿਊਟ ਕਰੋ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਈਟੀ ਮੁਣਕ ਤੋਂ ਮੈਮ। ਹਾਂਜੀ ਬੇਟਾ ਦੱਸੋ। ਹਾਂਜੀ ਮੈਮ, ਵੈਰੀ ਨਾਈਸ ਲੈਕਚਰ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਕਿਹੜੀ ਟ੍ਰੇਡ ਦੇ ਸਟੂਡੈਂਟ ਹੋ? ਐਸਟੀ ਮੈਮ। ਸਵਿੰਗ ਟੈਕਨੋਲੋਜੀ ਦੇ? ਯੈਸ ਮੈਮ। ਠੀਕ ਹੈ ਬੱਚੇ, ਕੋਈ ਗੱਲ ਨਹੀਂ, ਤੁਸੀਂ ਟੀਚਰ ਟ੍ਰੇਨਿੰਗ ਵੀ ਕਰਨੀ ਹੈ, ਤੁਹਾਨੂੰ ਇਹਦਾ ਵੀ ਬੈਨੀਫਿਟ ਹੋਏਗਾ ਅੱਗੋਂ ਆਪਣੀ ਟ੍ਰੇਨਿੰਗ ਲੈਣ ਵਾਸਤੇ। ਓਕੇ ਮੈਮ। ਠੀਕ ਹੈ ਬੇਟਾ, ਥੈਂਕ ਯੂ। ਵੈਲਕਮ ਮੈਮ। ਕਰਮਜੀਤ ਕੌਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ? ਮੈਮ ਅੱਜ ਦਾ ਟੌਪਿਕ ਤੁਹਾਡਾ ਬਹੁਤ ਵਧੀਆ ਸੀ। ਇਹ ਸਿਵਿੰਗ ਟੈਕਨੋਲੋਜੀ ਵਾਲੇ ਬੱਚਿਆਂ ਨੂੰ ਵੀ ਪਤਾ, ਉਹਨਾਂ ਨੂੰ ਪਤਾ ਲੱਗੇਗਾ ਕਿ CTI ਦੇ ਵਿੱਚ ਜਾ ਕੇ ਉਹ ਕਿਵੇਂ ਕਰ ਸਕਦੇ ਆ, ਕਿਵੇਂ ਅੱਛੇ ਇੰਸਟ੍ਰਕਟਰਸ ਬਣ ਸਕਦੇ ਆ। ਹਾਂਜੀ ਮੈਡਮ, ਹਾਂਜੀ। ਉਹਨਾਂ ਦੀ ਬੜੀ ਬੂਸਟ ਹੈ ਵਾਲਾ ਲੈਕਚਰ ਇਹ ਤੁਹਾਡਾ, ਕਿਉਂਕਿ ਉਹ ਬੂਸਟ ਅਪ ਹੋਣਗੇ ਤਦ ਹੀ ਉਹ ਅੱਗੇ ਨੈਕਸਟ ਲੈਕਚਰ ਉਹਦੇ ਵਿੱਚ ਐਡਮਿਸ਼ਨ ਲੈ ਕੇ ਅੱਛੇ ਇੰਸਟ੍ਰਕਟਰਸ ਦੀ ਤਿਆਰੀ ਕਰ ਪਾਣਗੇ। ਹਾਂਜੀ ਹਾਂਜੀ ਮੈਡਮ, ਐਕਚੁਅਲੀ ਸਾਡਾ ਜਿਹੜਾ ITI ਦਾ ਮੇਨ ਮੋਟਿਵ ਇਹੋ ਹੀ ਹੈ ਕਿ ਟੀਚਰ ਟ੍ਰੇਨਿੰਗ ਬੱਚਿਆਂ ਨੇ ਅੱਗੋਂ ਇੰਸਟ੍ਰਕਟਰ ਹੀ ਲੱਗਣਾ ਹੈ, ਕਟਿੰਗ ਟੇਲਰਿੰਗ SOT ਕਰਕੇ।
ਔਰ ਉਹਦੇ ਵਾਸਤੇ ਇੱਕ ਚੰਗੇ ਇੰਸਟ੍ਰਕਟਰ ਅਸੀਂ ਬੱਚੇ ਟ੍ਰੇਨਿੰਗ ਆਏ ਇੱਕ ਇੰਸਟ੍ਰਕਟਰ ਬਣਨ ਵਾਸਤੇ, ਤੇ ਇਹ ਨਾਲ ਦੀ ਨਾਲ ਹੀ ਬੱਚੇ ਜੇ ਹੁਣ ਤੋਂ ਹੀ ਸਿੱਖ ਲੈਣਗੇ ਕਿ ਸਾਡੇ 'ਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ, ਤੇ ਡੈਫੀਨੇਟਲੀ ਉਹਨਾਂ ਨੂੰ ਟੀਚਰ ਟ੍ਰੇਨਿੰਗ 'ਚ CTI 'ਚ ਬੈਨੀਫਿਟ ਮਿਲੇਗਾ। ਬਹੁਤ ਵਧੀਆ, ਉਹਨਾਂ ਦਾ ਫਿਊਚਰ ਲਈ ਬਹੁਤ ਵਧੀਆ ਮੈਮ। ਥੈਂਕ ਯੂ, ਤੁਸੀਂ ਬਹੁਤ ਵਧੀਆ ਲੈਕਚਰ ਤਿਆਰ ਕੀਤਾ। ਥੈਂਕ ਯੂ ਮੈਮ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਠੀਕ ਹੈ ਮੈਡਮ, ਐਂਡ ਕਰਦੇ ਜੀ ਮੀਟਿੰਗ। ਠੀਕ ਹੈ ਸਰ। ਤੇ ਹਾਂਜੀ ਹੁਣ ਇਸੇ ਤਰ੍ਹਾਂ ਹੀ ਮੈਂ ਸਭ ਦਾ ਥੈਂਕਸ